ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ ਜੀਓ ਸਾਹਿਬ ਸ਼੍ਰੀ ਗੁਰੂ। ਗ੍ਰੰਥ ਸਾਹਿਬ ਮਹਾਰਾਜ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ। ਹੈ ਭੀ ਸਚ ਨਾਨਕ ਹੋਸੀ ਭੀ ਸਚ। पाएंगे जब ते तुमरे तब ते को आँख तरे नहीं आन्यो। राम रहीम पुराण कुरान। अनेक कह मत एक न मान्यो। सिमरत शास्त्र वेद सबै बहु। भेद कहे हम एक न जान्यो। श्री असपान कृपा तुमरी। श्री
असपान कृपा तुमरी कर, मैं न कहियो सब तोहे बखान्यो। गुरु नानक ते आदल दसवें गुर पर्यंत, बारंबार मम वंदना। साहिब श्री गुरु ग्रंथ जिन कल राखी मेरी, वाहिगुरु जिन कल राखी मेरी, 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 जिन कल राखी मेरी। गुरु नानक सो बलिहार, सतगुर नानक सो बलिहार, सतगुरु 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 नानक सो बलिहार। जिन कल राखी मेरी, सतगुरु नानक सो बलिहार, जिन कल राखी मेरी, सतगुरु नानक सो बलिहार ने। जिन कल राखी मेरी, सतगुरु नानक सो बलिहार ने, जिन कल राखी मेरी, सतगुरु नानक सो बलिहार ने, जिन कल राखी मेरी, सतगुरु नानक सो बलिहार ने, जिन कल राखी मेरी, सतगुरु नानक सो बलिहार ने। ध्यान ध्यान किछ कर मन न जाना, हार न जाना तेरी, अब ते वड्डा सतगुर नानक, जिन कल राखी मेरी। ध्यान ध्यान किछ कर मन न जाना, सार न जाना तेरी। ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਵਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ, ਗੱਜ ਕੇ ਫਤਿਹ ਬੁਲਾਈਏ। ਕੋਈ ਵੀ ਰਸਨਾ ਵਾਂਝੀ ਨਾ ਰਵੇ ਜੀ। ਇੱਕੋ ਵਾਰੀ ਕਹਿਣ ਤੇ ਸਾਰੇ ਹੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੰਨਣ ਨਗਰ ਦੀ ਸਾਰੀ ਸੰਗਤ ਨੇ ਰਲ ਮਿਲ ਕੇ ਪਰਸੋਂ ਰੋਜ਼ ਤੋਂ ਰਾਤਰੀ ਦੇ ਦੀਵਾਨਾਂ ਦੇ ਵਿੱਚ
ਹਾਜ਼ਰੀਆਂ ਭਰੀਆਂ ਨੇ। 2 ਦਿਨ ਦੀ ਕਥਾ ਵਿੱਚ ਆਪ ਜੀ ਨੇ ਹਾਜ਼ਰੀ ਭਰੀ। ਅੱਜ ਆਖਰੀ ਰਾਤ ਇਸ ਸਮਾਗਮ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸੋਦਰ ਰਹਿਰਾ ਸਾਹਿਬ ਜੀ ਦੇ ਜਾਪ ਤੋਂ ਉਪਰੰਤ ਭਾਈ ਸਾਹਿਬ ਭਾਈ ਇਕਬਾਲ ਸਿੰਘ ਜੀ ਹੁਸ਼ਿਆਰਪੁਰ ਵਾਲਿਆਂ ਨੇ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੁਆਰਾ ਸਾਂਝ ਪਾਈ ਹੈ। ਜਿਤਨਾ ਸਮਾਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ, ਬੜੇ ਪਿਆਰ ਵਿੱਚ, ਬੜੇ ਸਤਿਕਾਰ ਦੇ ਨਾਲ ਆਪ ਜੀ ਨੂੰ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ, ਦਸਮ ਪਾਤਸ਼ਾਹ ਜੀ ਦੀ ਪਾਵਨ ਬਾਣੀ ਨਾਲ ਨਿਹਾਲ ਕੀਤਾ ਹੈ। ਸੋ ਆਓ ਥੋੜੇ ਸਮੇਂ ਤੋਂ ਬਹੁਤਾ ਲਾਹਾ ਲੈਣ ਦਾ ਯਤਨ ਕਰੀਏ। ਭਾਈ ਸਾਹਿਬ ਜੀ ਨੇ ਦੱਸਿਆ, ਜਿਵੇਂ ਆਪ ਜੀ ਜਾਣਦੇ ਹੋ, ਕੱਤਕ ਦਾ ਮਹੀਨਾ ਆਰੰਭ ਹੈ ਤੇ ਮਹਾਰਾਜ ਨੇ ਇਸ ਮਹੀਨੇ ਦਾ ਉਪਦੇਸ਼ ਵੀ ਦਿੱਤਾ ਹੈ। ਕੱਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੈ ਰੋਗ, ਖਿਨਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ। ਮਹਾਰਾਜ ਕਹਿੰਦੇ ਨੇ ਜਿਹੜਾ ਕੱਤਕ ਦਾ ਮਹੀਨਾ ਹੈ, ਜੇ ਕੱਤਕ ਦੀ ਇਸ ਮਿੱਠੀ ਰੁੱਤ ਦੇ ਵਿੱਚ ਵੀ ਤੂੰ ਪਰਮੇਸ਼ਰ ਨਾਲ ਜੁੜਿਆ ਨਹੀਂ, ਤੇਰਾ ਪਿਆਰ ਉਹਦੇ ਨਾਲ ਪਿਆ ਨਹੀਂ, ਇਹਦਾ ਦੋਸ਼ੀ ਕਿਸੇ ਨੂੰ ਨਾ ਦੱਸ, ਤੂੰ ਆਪ ਹੀ ਹੈ। ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਕਿਸੇ ਨੂੰ ਦੋਸ਼ ਕਿਉਂ ਦਿੰਨਾ? ਦੱਦਾ ਦੋਸ਼ ਨਾ ਦੇਵੋ ਕਿਸੇ। ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਮ। ਕਿਸੇ ਨੂੰ ਦੋਸ਼ ਕਿਉਂ ਦਿੰਨਾ? ਬੜੀ ਸੌਖੀ ਗੱਲ ਹੈ ਵੀ ਜੇ ਅਸੀਂ, ਮੈਂ ਪਰਸੋਂ ਦੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ ਵੀ ਬੰਦਾ ਗੁਰਦੁਆਰਾ ਸਾਹਿਬ ਨਹੀਂ ਜਾਂਦਾ ਨਾ, ਉਹਨੂੰ ਕਹੋ ਭਾਈ ਗੁਰਦੁਆਰਾ ਸਾਹਿਬ ਨਹੀਂ ਜਾਂਦਾ, ਉਹ ਮੋਹਰਿਓਂ ਕਹਿੰਦਾ ਫਲਾਨਾ ਕਿਹੜਾ ਜਾਂਦਾ। ਉਹ ਤੀਜੇ ਪਾਸੇ ਦਾ ਦੱਸਣ ਲੱਗ ਜਾਂਦਾ ਵੀ ਉਹ ਕਿਹੜਾ ਜਾਂਦਾ, ਮੈਂ ਨਹੀਂ ਗਿਆ ਤਾਂ ਫਿਰ ਕੀ ਹੋ ਗਿਆ। ਪਰ ਹਮੇਸ਼ਾ ਬੇਨਤੀ ਇੱਕੋ ਹੀ ਕਰਦਾ ਹੈ ਕਿ ਨਾ ਕਿਸੇ ਨੇ ਨਾਲ ਜੰਮਣਾ ਹੈ, ਨਾ ਕਿਸੇ ਨੇ ਨਾਲ ਮਰਨਾ ਹੈ। ਬਾਰੀ ਆਪੋ ਆਪਣੀ, ਕੋਈ ਨਾ ਬੰਦਾ ਹੈ, ਆਪੋ ਆਪਣੀ ਬਾਰੀ ਹੈ। ਮਹਾਰਾਜ ਨੇ ਬਾਣੀ ਦੇ ਵਿੱਚ ਵੀ, ਗੁਰੂ ਨਾਨਕ ਮਹਾਰਾਜ ਨੇ ਕਿਹਾ, ਮਹਾਰਾਜ ਕਹਿੰਦੇ ਜੰਮਣ ਮਰਨਾ ਹੁਕਮ ਹੈ, ਭਾਣਾ ਆਵੇ ਜਾਏ। ਮਹਾਰਾਜ ਕਹਿੰਦੇ ਜੰਮਣਾ ਤੇ ਮਰਨਾ ਉਹਦੇ ਹੁਕਮ ਵਿੱਚ ਹੈ, ਉਹਦੇ ਭਾਣੇ ਵਿੱਚ ਹੈ। ਨਾ ਬੰਦਾ ਮਰਜ਼ੀ ਨਾਲ ਜਨਮ ਲੈ ਸਕਦਾ, ਨਾ ਬੰਦਾ ਮਰਜ਼ੀ ਨਾਲ ਮਰ ਸਕਦਾ, ਕਿਉਂਕਿ ਜਦੋਂ ਗੱਲ ਹੀ ਨਿਬੜ ਗਈ, ਬਾਣੀ ਨੇ ਉਪਦੇਸ਼ ਹੀ ਦਿੱਤਾ ਵੀ ਜੰਮਣਾ ਤੇ ਮਰਨਾ ਪਰਮੇਸ਼ਰ ਦੇ ਹੱਥ 'ਚ ਹੈ, ਅਕਾਲ ਪੁਰਖ ਦੇ ਹੱਥ 'ਚ ਹੈ। ਤੋ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਇਸ ਕੱਤਕ ਦੇ ਮਹੀਨੇ ਵਿੱਚ ਰਾਏ ਭੋਏ ਦੀ ਤਲਵੰਡੀ ਪਿਤਾ ਸ਼੍ਰੀ ਕਲਿਆਣ ਚੰਦ ਮਹਿਤਾ ਜੀ ਦੇ ਘਰ ਵਿੱਚ 1469 ਈਸਵੀ ਦੇ ਵਿੱਚ ਮਾਤਾ ਤ੍ਰਿਪਤਾ ਦੇਵੀ ਜੀ ਦੀ ਪਾਵਨ ਕੁੱਖ ਤੋਂ ਹੋਇਆ। ਪਿਛਲੇ ਸਾਲ ਵੀ ਬੇਨਤੀ ਕੀਤੀ ਸੀ ਕਿ ਪਿਆਰਿਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਜੀ ਦਾ ਨਾਮ ਲੈਨੇ ਆ। ਅਸੀਂ ਸਿੱਧਾ ਹੀ ਕਹਿੰਦੇ ਆ ਗੁਰੂ ਨਾਨਕ ਮਹਾਰਾਜ ਮਹਿਤਾ ਕਾਲੂ ਜੀ ਦੇ ਘਰ 'ਚ ਪੈਦਾ ਹੋਏ, ਵੀ ਮਹਿਤਾ ਕਾਲੂ ਜੀ ਦੇ ਨਾਲ ਤੁਸੀਂ ਜਾਂ ਅਸੀਂ ਪੜ੍ਹਦੇ ਰਹੇ। ਸਾਡੇ ਘਰ 'ਚ ਵਿਆਹ ਦਾ ਕਾਟ ਆ ਜੇ, ਭੋਗ ਦਾ ਕਾਟ ਆਵੇ ਕਿਸੇ ਦੇ ਘਰੋਂ, ਸਾਡੇ ਨਾਮ ਦੇ ਅੱਗੇ ਸਰਦਾਰ ਨਾ ਲਾਇਆ ਹੋਵੇ ਸੱਸਾ ਪਾ ਕੇ 2 ਬਿੰਦੀਆਂ, ਅਸੀਂ ਕਹਿੰਦੇ ਹੁਣ ਸਾਡਾ ਸਤਿਕਾਰ ਨਹੀਂ ਕੀਤਾ, ਹੁਣ ਮੋਹਰੇ ਦਾਨਾ ਨਾਂ ਦਾ ਸਤਿਕਾਰ ਨਹੀਂ ਕੀਤਾ, ਸਰਦਾਰ ਸ਼ਬਦ ਨਹੀਂ ਲਾਇਆ, ਸੱਸਾ ਨਹੀਂ ਪਾਇਆ। ਅਸੀਂ ਆਪਣੇ ਨਾਮ ਨਾਲ ਸਰਦਾਰ ਭਾਲਦੇ ਆ ਤੇ ਗੁਰੂ ਨਾਨਕ ਮਹਾਰਾਜ ਜੀ ਦੇ ਪਿਤਾ ਜੀ ਦਾ ਨਾਮ ਲਵਾਂਗੇ ਸਿੱਧਾ ਹੀ ਮਹਿਤਾ ਕਾਲੂ, ਜਿਹੜੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਨਾਨਕ ਮਹਾਰਾਜ ਆਪ ਨਾਰਾਇਣ, ਆਪ ਪਰਮੇਸ਼ਰ, ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਦਾ ਨਾਮ ਲੈਣਾ ਤੇ ਸਤਿਕਾਰ ਨਾਲ ਲੈਣਾ ਚਾਹੀਦਾ। ਸ਼੍ਰੀ ਕਲਿਆਣ ਚੰਦ ਮਹਿਤਾ ਜੀ, ਕਲਿਆਣ ਦਾਸ ਮਹਿਤਾ ਜੀ ਵੀ ਲਿਖਦੇ ਆ ਇਤਿਹਾਸਕਾਰ, ਤੇ ਕੋਈ ਛੋਟੀ ਹਸਤੀ ਨਹੀਂ ਸੀਗੇ, 25 ਪਿੰਡਾਂ ਦੇ ਚੌਧਰੀ ਸੀ। ਅੱਜ ਪਟਵਾਰੀ ਕਹਿ ਲੋ, ਪਟਵਾਰੀ ਤਾਂ ਇੱਕ ਪਿੰਡ ਦਾ ਮਾਣ ਨਹੀਂ ਹੁੰਦਾ, ਉਹ ਤੇ 25 ਦੇ ਚੌਧਰੀ ਸਨ। ਕਿਸੇ ਇੱਕ ਪਿੰਡ ਦਾ ਪਟਵਾਰੀ ਹੋਵੇ, ਰੁੱਤ ਦੇ ਹਿਸਾਬ ਨਾਲ ਉਹਦੇ ਘਰ ਸਾਰਾ ਕੁਝ ਹੀ ਆਪੇ ਪਹੁੰਚ ਜਾਂਦਾ ਹੈ। ਉਹਨੂੰ ਸਾਗ ਪਚਾਉਣ ਵਾਲੇ ਬੰਦੇ ਵੀ ਹੁੰਦੇ ਆ,
ਉਹਨੂੰ ਆਟਾ ਪਹੁੰਚਾਉਣ ਵਾਲੇ ਬੰਦੇ ਵੀ ਹੁੰਦੇ ਆ। ਕਿਉਂ? ਕਹਿੰਦੇ ਪਟਵਾਰੀ ਜ਼ਮੀਨ ਦੀ ਮਾਂ ਗਿਣਿਆ ਜਾਂਦਾ ਹੈ। ਤੇ ਜਿਹਦੇ ਕੋਲ 25 ਪਿੰਡਾਂ ਦੀ ਚੌਧਰ ਹੋਵੇ, 25 ਪਿੰਡਾਂ ਦੇ ਚੌਧਰੀ ਹੋਣ, ਸਰਕਾਰੇ ਦਰਬਾਰੇ ਸੁਲਤਾਨਪੁਰ ਲੋਧੀ ਸਾਹਿਬ ਦੇ ਨਵਾਬ ਨਾਲ ਬਹਿਣਾ ਹੋਵੇ, ਤੁਸੀਂ ਹਿਸਾਬ ਲਾ ਸਕਦੇ ਹੋ ਉਹ ਕਿੱਡੀ ਜਾਇਦਾਦ ਦੇ ਮਾਲਕ ਹੋਣਗੇ। ਕਰਤਾਰਪੁਰ ਚਲੇ ਜਾਓ, ਜਿੱਥੇ ਦਾ ਰਸਤਾ ਖੁੱਲਿਆ, ਕਿੰਨੇ 100 ਮੁਰੱਬਾ ਗੁਰੂ ਨਾਨਕ ਮਹਾਰਾਜ ਦੇ ਨਾਮ ਜ਼ਮੀਨ ਹੈ ਅੱਜ ਵੀ, ਜਿੱਥੇ ਮਹਾਰਾਜ ਨੇ ਹਲ ਵਾਇਆ 70 ਸਾਲ ਦੀ ਉਮਰ 'ਚ। ਇੱਕ ਬੇਨਤੀ ਮੈਂ ਹੋਰ ਕਰਾਂਗਾ, ਇਤਿਹਾਸ ਆਰੰਭ ਕਰਨ ਤੋਂ ਪਹਿਲਾਂ, ਗੁਰੂ ਨਾਨਕ ਮਹਾਰਾਜ ਨੇ ਪੰਜਾਬ ਦੀ ਧਰਤੀ ਨੂੰ ਕਿਉਂ ਚੁਣਿਆ? ਗੁਰੂ ਨਾਨਕ ਮਹਾਰਾਜ ਨੇ ਖੇਤੀ ਕੀਤੀ ਪੰਜਾਬ ਦੀ ਧਰਤੀ ਤੇ ਕਿਉਂ ਕੀਤੀ? ਕਿਉਂਕਿ ਜਿਹੜੀ ਧਰਤੀ ਪੰਜਾਬ ਦੀ ਹੈ, ਇਹਦੇ ਨਾਲ ਦੀ ਧਰਤੀ ਉਪਜਾਊ ਪੂਰੇ ਸੰਸਾਰ ਵਿੱਚ ਹੈ ਨਹੀਂ। ਪੂਰੇ ਸੰਸਾਰ 'ਚ ਜਿਹੜੀ ਧਰਤੀ ਪੰਜਾਬ ਦੀ ਦੇ ਵਿੱਚ ਬਰਕਤ ਹੈ, ਉਹ ਸੰਸਾਰ 'ਚ ਕਿਤੇ ਵੀ ਬਰਕਤ ਨਹੀਂ। ਪਹਿਲੇ ਦਿਨ ਬੇਨਤੀ ਕੀਤੀ ਸੀ ਵੀ ਪੰਜਾਬ ਦੀ ਧਰਤੀ ਹੈ ਜਿਹੜੀ 60 ਤੋਂ 70% ਦਾਣੇ ਪੈਦਾ ਕਰਦੀ ਹੈ। ਕੈਨੇਡਾ ਤੇ ਅਮਰੀਕਾ ਦੀਆਂ ਧਰਤੀਆਂ 20 ਤੋਂ 25% ਦਾਣੇ ਪੈਦਾ ਕਰਦੀਆਂ। ਪਰ ਕਮਾਲ ਦੀ ਗੱਲ ਇਹ ਹੈ, 20 ਤੋਂ 25% ਵਾਲੇ ਮੌਜਾਂ ਕਰਦੇ ਆ, 60% ਵਾਲੇ ਸੜਕਾਂ ਤੇ ਬੈਠੇ ਆ। ਆਖੋ ਸਤਨਾਮ ਵਾਹਿਗੁਰੂ ਜੀ। ਕਾਰਨ ਕੀ ਹੈ? ਨੀਤੀ ਮਾੜੀ, ਸਿਸਟਮ ਮਾੜਾ ਹੈ। ਜਿਹਨਾਂ ਕਿਸਾਨਾਂ ਵਾਸਤੇ ਕਹਿੰਦੇ ਕਾਨੂੰਨ ਪਾਸ ਕੀਤੇ ਆ, ਉਹ ਕਹਿੰਦੇ ਸਾਨੂੰ ਮਨਜ਼ੂਰ ਨਹੀਂ। ਫਿਰ ਪਾਸ ਕਿਹਦੇ ਲਈ ਕੀਤੇ? ਹੁਣ ਭਾਈ ਗੁਰਦਾਸ ਜੀ ਇੱਕ ਬਚਨ ਕਰਦੇ ਆ, ਜਿਹੜਾ ਬੰਦਾ ਨਿੰਦਕ ਹੋਵੇ, ਜਿਹੜਾ ਬੰਦਾ ਅੜੀਅਲ ਹੋਵੇ ਨਾ, ਉਹਦੇ ਵਾਸਤੇ ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਬਾਣੀ ਦਰਜ ਕਰਵਾਈ ਤੇ ਪੋਥੀ ਸਾਹਿਬ ਦੇ ਵਿੱਚ ਬਾਣੀ ਦਰਜ ਕੀਤੀ ਸੀ, ਤੇ ਭਾਈ ਗੁਰਦਾਸ ਜੀ ਕੀ ਬਚਨ ਕਰਦੇ ਨੇ? ਪਹਿਲਾਂ ਅੱਜ ਦੇ ਮੌਕੇ ਨਾਲ ਮੈਂ ਬੇਨਤੀ ਕਰ ਦਵਾਂ, ਪਿਆਰ ਨਾਲ ਸੁਣਿਓ, ਮੈਨੂੰ ਆਸ ਹੈ ਸਮਝੋਗੇ ਵੀ ਭਾਈ ਗੁਰਦਾਸ ਜੀ ਕੀ ਬਚਨ ਕਰਦੇ ਨੇ। ਪਿਆਰ ਨਾਲ ਸੁਣਦੇ ਚੱਲਿਓ ਜੀ। ਕੁੱਤਾ ਰਾਜ ਦੁਹਾਲੀ ਹੈ, ਫਿਰ ਚੱਕੀ ਚੱਟੈ। ਕਹਿੰਦੇ ਕੁੱਤੇ ਨੂੰ ਰਾਜ ਤੇ ਬਿਠਾ ਦਿਓ ਨਾ, ਤੇ ਉਹਦੀ ਆਦਤ ਹੈ ਚੱਕੀ ਚੱਟਣ ਦੀ। ਉਹਨੂੰ ਪਤਾ ਹੀ ਨਹੀਂ ਮੈਂ ਕਿਹੜੇ ਰਾਜ ਤੇ ਬੈਠਾ, ਕਿਹੜੇ ਤਖਤ ਤੇ ਬੈਠਾ ਹੈ, ਪਰ ਕੁੱਤੇ ਦੀ ਆਦਤ ਹੈ ਉਹਨੇ ਚੱਕੀ ਚੱਟਣੀ ਹੈ, ਕਿਉਂਕਿ ਆਦਤ ਤੋਂ ਮਜਬੂਰ ਹੈ। ਇੰਟਰਨੈਟ ਤੇ ਕਿੰਨਾ ਕੁਝ ਲਿਖ ਕੇ ਆਇਆ ਵੀ ਜਿਹੜੇ ਬੰਦੇ ਨੂੰ ਝੂਠਾ ਚਾਹ ਦਾ ਗਲਾਸ ਫੜਾਉਣਾ ਚਾਹੀਦਾ ਸੀ, ਤੁਸੀਂ ਦੇਸ਼ ਫੜਾਤਾ, ਅਗਲਾ ਮਾਂਜੀ ਜਾਂਦਾ। ਆਖੋ ਸਤਨਾਮ ਵਾਹਿਗੁਰੂ ਜੀ। ਅਗਲਾ ਮਾਂਜੀ ਜਾਂਦਾ। ਇਦਾਂ ਦੇ ਬੰਦੇ ਨੂੰ ਜਦੋਂ ਰਾਜ ਤੇ ਭਾਵੋਗੇ, ਇੱਥੇ ਪ੍ਰਮਾਣ ਭਾਈ ਸਾਹਿਬ ਜੀ ਕੁੱਤੇ ਦਾ ਦੇ ਰਹੇ ਨੇ। ਕਹਿੰਦੇ ਜਦੋਂ ਕੁੱਤੇ ਨੂੰ ਭਾਵੇਂ ਰਾਜ ਭਾਗ ਦੇ ਆਸਣ ਤੇ ਵੀ ਬਿਠਾ ਦਿਓ, ਉਹਦੀ ਆਦਤ ਹੈ ਚੱਕੀ ਚੱਟਣ ਦੀ। ਉਹਨੂੰ ਪਤਾ ਹੀ ਨਹੀਂ ਮੈਂ ਕਿਹੜੇ ਆਸਣ ਤੇ, ਇਹਦੀ ਕੀਮਤ ਕੀ ਹੈ, ਇਹਦੀ ਕਦਰ ਕੀ ਹੈ। ਉਹ ਆਸਣ ਦੀ ਪਰਵਾਹ ਨਹੀਂ ਕਰੂਗਾ, ਜਾ ਕੇ ਚੱਕੀ ਹੀ ਚੱਟੂਗਾ, ਕਿਉਂਕਿ ਆਦਤ ਤੋਂ ਮਜਬੂਰ ਹੈ। ਸੱਪੇ ਦੁੱਧ ਪਿਆਲੀਏ, ਵਹਿ ਮੁਖੋਂ ਸਟੈ। ਭਾਈ ਗੁਰਦਾਸ ਜੀ ਕਹਿੰਦੇ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆ ਲਓ, 2 ਟਾਈਮ ਪਿਲਾ ਲਓ, 3 ਟਾਈਮ ਪਿਲਾ ਲਓ, 4 ਟਾਈਮ ਪਿਲਾ ਲਓ, ਦੁੱਧ ਚ ਨਲਾ ਲਓ, ਪਰ ਸੱਪ ਜਦੋਂ ਵੀ ਮੂੰਹ ਖੋਲੂਗਾ ਜ਼ਹਿਰ ਹੀ ਸੁੱਟੂਗਾ। ਆਖੋ ਸਤਨਾਮ ਵਾਹਿਗੁਰੂ ਜੀ। ਜਿੰਨਾ ਮਰਜ਼ੀ ਦੁੱਧ ਪਿਆਓ, ਹੁਣ ਜਦੋਂ ਮੂੰਹ ਖੋਲਣਾ ਹੈ, ਮੂੰਹ ਦੇ ਵਿੱਚੋਂ ਜ਼ਹਿਰ ਹੀ ਸਿੱਟਣੀ ਹੈ। ਕਿਉਂ? ਕਿਉਂਕਿ ਆਦਤ ਤੋਂ ਮਜਬੂਰ ਹੈ। ਅਸੀਂ ਕਹਿੰਦੇ ਨਾ ਫਲਾਨਾ ਬੰਦਾ ਚੁਗਲੀਆਂ ਬਹੁਤ ਕਰਦਾ ਹੈ, ਫਲਾਨਾ ਬੰਦਾ ਪਿੰਡ 'ਚ ਪੁਆੜੇ ਪਾਈ ਰੱਖਦਾ ਹੈ, ਉਹਦਾ ਕਸੂਰ ਨਹੀਂ ਹੈ। ਜਿਵੇਂ ਸੱਪ ਨੂੰ ਅੰਦਰ ਉਹਦੀ ਜ਼ਹਿਰ ਟਿਕਣ ਨਹੀਂ ਦਿੰਦੀ, ਉਹ ਫੂਕਾ ਮਾਰਦਾ ਹੈ, ਇਦਾਂ ਹੀ ਨਿੰਦਕ ਦੇ ਅੰਦਰ ਨਿੰਦਿਆ ਨਹੀਂ ਟਿਕਦੀ, ਉਹ ਵੀ ਇਦਾਂ ਹੀ ਜਾ ਕੇ ਆਪਣੀ ਨਿੰਦਿਆ ਦੀ ਜ਼ਹਿਰ ਕੱਢਦਾ ਰਹਿੰਦਾ, ਚੁਗਲੀ ਦੀ ਜ਼ਹਿਰ ਕੱਢਦਾ। ਉਹਦਾ ਕਸੂਰ ਨਹੀਂ ਹੈ, ਅੰਦਰਲੀ ਚੁਗਲੀ ਨਿੰਦਿਆ ਦੀ ਜ਼ਹਿਰ ਉਹਨੂੰ ਟਿਕਣ ਨਹੀਂ ਦਿੰਦੀ। ਬਸ
ਉਹਨੂੰ ਰੋਟੀ ਸਵਾਦ ਨਹੀਂ ਲੱਗਦੀ ਜਿੰਨਾ ਚਿਰ 2-4 ਘਰਾਂ 'ਚ ਪਵਾੜਾ ਨਹੀਂ ਪਾ ਲੈਂਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆ ਲੋ, ਜਦੋਂ ਵੀ ਮੂੰਹ ਖੋਲੂਗਾ ਵਿੱਚੋਂ ਜ਼ਹਿਰ ਹੀ ਸੁੱਟਦਾ ਹੈ। पत्थर पानी रखी है मन हट ना कटे। ਭਾਈ ਗੁਰਦਾਸ ਜੀ ਕਹਿੰਦੇ ਨੇ ਪਾਣੀ ਦੇ ਵਿੱਚ ਪੱਥਰ ਭਾਵੇਂ 100 ਸਾਲ ਪਿਆ ਰਵੇ, ਭਾਵੇਂ 50 ਸਾਲ ਪਿਆ ਰਵੇ, 500 ਸਾਲ ਪਿਆ ਰਵੇ, ਪਰ ਪੱਥਰ ਦਾ ਸੁਭਾਅ ਹੈ ਸਖਤ। ਉਹਨੂੰ 100 ਸਾਲ ਪਾਣੀ ਦੇ ਵਿੱਚੋਂ ਬਾਅਦ ਚ ਵੀ ਕੱਢੋਗੇ ਉਹ ਸਖਤ ਦਾ ਸਖਤ ਹੀ ਹੈ। ਉਹਦੇ ਤੇ 100 ਸਾਲ ਪਾਣੀ ਵਿੱਚ ਪੈ ਰਹਿਣ ਦਾ ਕੋਈ ਅਸਰ ਨਹੀਂ। ਸਾਡਾ ਸੁਭਾਅ ਕੀ ਹੈ? ਜੇ ਅੰਮ੍ਰਿਤ ਨਹੀਂ ਛਕਿਆ ਸੀ ਤਾਂ ਵੀ ਸਵਾਲ ਇਹੀ ਸੀ, ਮਨ ਨਹੀਂ ਟਿਕਦਾ। 10 ਸਾਲ ਛਕੇ ਨੂੰ ਹੋ ਗਿਆ ਤਾਂ ਵੀ ਕਹੀ ਜਾਂਦਾ ਮਨ ਨਹੀਂ ਟਿਕਦਾ। ਆਖੋ ਸਤਨਾਮ वाहिगुरु जी। ਫਿਰ ਉਹ ਪੱਥਰ ਵਰਗਾ ਹੀ ਹੈ ਨਾ, ਕੰਮ ਵੀ ਪਾਣੀ 'ਚ ਪਿਆ ਤੇ ਹੈਗਾ ਪਰ ਅਸਰ ਕੋਈ ਨਹੀਂ। ਤੇਲੀ ਦੇ ਭੋਲਦ ਵਾਲਾ ਕੰਮ ਹੈ। ਭਾਈ ਗੁਰਦਾਸ ਜੀ ਕਹਿੰਦੇ ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚਲਿਓ, ਉਗਰਤ ਨੈਣ ਵਹੀ ਠੌਰ ਹੀ ਠਿਕਾਨੋ ਹੈ। ਕਹਿੰਦੇ ਨੇ ਤੇਲੀ ਨੇ ਪੋਹ ਦੀਆਂ ਰਾਤਾਂ ਵਿੱਚ ਕੋਲੂ ਜੋੜ ਲਿਆ। ਤੁਹਾਨੂੰ ਬਜ਼ੁਰਗਾਂ ਨੂੰ ਪਤਾ ਕਿ ਪੁਰਾਣੇ ਟਾਈਮਾਂ 'ਚ ਜਦੋਂ ਕੋਲੂ ਜੋੜਦੇ ਸੀ ਨਾ ਤੇਲ ਵਾਲਾ, ਉਹਨੂੰ ਬੋਲਦ ਜੋੜਿਆ ਕਰਦੇ ਸੀ। ਮੋਟਰਾਂ ਮਸ਼ੀਨਾਂ ਤੇ ਹੁਣ ਆਈਆਂ, ਤੇ ਰਾਤ ਨੂੰ ਜਦੋਂ ਬੋਲਦਾਂ ਨੂੰ ਕੋਲੂ ਨਾਲ ਜੋੜਨਾ ਤੇ ਅੱਖਾਂ ਤੇ ਖੋਪੇ ਬੰਨ੍ਹਦੇ ਨੇ। ਉਹਨੂੰ ਜਦੋਂ ਇੱਕ ਵਾਰੀ ਕੋਲੂ ਨਾਲ ਬੰਨਣਾ, 2 ਗੇੜੇ ਮਾਲਕ ਨੇ ਪਿੱਛੇ ਪ੍ਰੈਣ ਮਾਰ ਕੇ ਉਹਨਾਂ ਦੇ ਦੇ ਦੇਣੇ ਗੇੜੇ, ਤੇ ਅੱਖਾਂ ਨੇ ਬੰਦ। ਉਹ ਸਾਰੀ ਰਾਤ ਵਿਚਾਰੇ ਇਕੱਲੇ ਹੀ ਘੁੰਮਦੇ ਰਹਿੰਦੇ ਸੀ, ਇਸੇ ਡਰ ਨਾਲ ਵੀ ਮਾਲਕ ਪਿੱਛੇ ਹੀ ਹੈ। ਸਾਰੀ ਰਾਤ ਘੁੰਮੀ ਜਾਣਾ, ਪੋਹ ਦੀਆਂ ਲੰਮੀਆਂ ਰਾਤਾਂ। ਤੇ ਸਵੇਰ ਨੂੰ ਜਦੋਂ ਉਹਨਾਂ ਨੂੰ ਰੋਕਣਾ, ਉਹਨਾਂ ਦੇ ਮਨ 'ਚ ਆਉਣਾ ਵੀ ਅਸੀਂ ਸਾਰੀ ਰਾਤ ਤੁਰੇ ਐ, ਕਈ 100 ਕੋਹ ਅਸੀਂ ਤੁਰ ਕੇ ਆ ਗਏ। ਜਾਨਤ ਕਈ ਕੋਸ ਚੱਲਿਓ, ਉਹ ਇਹੀ ਮਨ 'ਚ ਬੋਲਦੇ ਸੋਚੀ ਜਾਂਦੇ ਐ, ਮੈਂ ਤੇ ਕਈ ਕੋਹ ਸਫ਼ਰ ਪੈਦਲ ਕਰ ਲਿਆ ਵੀ ਰਾਤ ਦਾ ਤੁਰਿਆ ਹੀ ਜਾਂਦਾ। ਕਹਿੰਦੇ ਜਦੋਂ ਉਹ ਅੱਖਾਂ ਤੋਂ ਖੋਪੇ ਲਾਏ ਨਾ, ਉਗਰਤ ਨੈਣ, ਜਦੋਂ ਅੱਖਾਂ ਖੁੱਲੀਆਂ, ਬਹੀ ਠੌਰ ਹੀ ਠਿਕਾਨੋ ਹੈ। ਕਹਿੰਦੇ ਦੇਖ ਕੇ ਮਨ 'ਚ ਬੜਾ ਪਛਤਾਵਾ ਹੋਇਆ ਕਿ ਮਨਾ ਸਾਰੀ ਰਾਤ ਤੁਰਦਾ ਵੀ ਰਿਹਾ ਪਰ ਗਿਆ ਕਿਤੇ ਵੀ ਨਹੀਂ, ਉੱਥੇ ਹੀ ਘੁੰਮੀ ਜਾਂਦਾ। ਆਖੋ ਸਤਨਾਮ वाहिगुरु जी। ਹਾਲਾਤ ਸਾਡਾ ਵੀ ਉਹੀ। 10 ਸਾਲ ਬਾਣੀ ਪੜ੍ਹਦੇ ਨੂੰ ਹੋ ਗਏ, 20 ਸਾਲ ਗੁਰਦੁਆਰਾ ਸਾਹਿਬ ਆਉਂਦੇ ਨੂੰ ਹੋ ਗਏ, ਪਰ ਘੁੰਮਦਾ ਉਹੀ ਕੋਲੂ ਦੇ ਦਿਵਾਲੇ ਹੀ ਹੈ, ਗਾਂ ਨੂੰ ਤੁਰਦਾ ਹੀ ਨਹੀਂ, ਗੇੜੇ ਉੱਥੇ ਹੀ ਕੱਢੀ ਜਾਂਦੀ। ਹੰਕਾਰ ਵਿੱਚ ਫਸਿਆ, ਮਾਣ ਵਿੱਚ ਫਸਿਆ, ਚੁਗਲੀ ਨਿੰਦਿਆ ਵਿੱਚ ਫਸਿਆ। ਮਾਰੇ ਕਹਿੰਦੇ ਜਿੰਨਾ ਚਿਰ ਇੱਥੇ ਗੇੜੇ ਕੱਢੀ ਜਾਓਗੇ ਬਣਨਾ ਕੁਛ ਨਹੀਂ, ਜਿੰਨਾ ਚਿਰ ਮਨ ਕਰਕੇ ਨਹੀਂ ਮੰਨਦੇ। ਹੁਣ ਇੱਥੇ ਬਚਨ ਹੈ, ਮਾਰੇ ਕਹਿੰਦੇ ਪੱਥਰ ਦਾ ਸੁਭਾਅ ਹੈ ਸਖਤ, 100 ਸਾਲ ਵੀ ਪਾਣੀ 'ਚ ਪਿਆ ਰਵੇ ਉਹ ਆਪਣਾ ਕਠੋਰ ਪੁਰਾ ਨਹੀਂ ਛੱਡਦਾ, ਕਿਉਂਕਿ ਉਹਦਾ ਸੁਭਾਅ ਹੀ ਇਹੋ ਹੈ। ਚੋਆ ਚੰਦਨ ਪਰ ਹਰੈ ਕਰਿ ਖੇ ਪਲਟੈ। ਮਹਾਰਾਜ ਕਹਿੰਦੇ ਖੋਤੇ ਨੂੰ, ਗਧੇ ਨੂੰ ਭਾਵੇਂ ਚੰਦਨ ਦੇ ਦਰਖਤ ਲਾਗੇ ਲਿਜਾ ਕੇ ਬੰਨ੍ਹ ਦਿਓ ਵੀ ਚੰਗੀ ਸੁਗੰਧ ਲੈ ਲਾ ਭਾਈ, ਉਹਨੂੰ ਚੰਗੀ ਪਾਰਕ ਵਿੱਚ ਲਿਜਾ ਕੇ ਬੰਨੋ, ਉਹਨੂੰ ਸੰਗਮਰਮਰ ਦੇ ਪੱਥਰ ਤੇ ਬੰਨ੍ਹ ਦਿਓ, ਪਰ ਗਧੇ ਦੀ ਆਦਤ ਹੈ ਉਹਨੇ ਮਿੱਟੀ ਲੱਭਣੀ ਵੀ ਮੈਂ ਜਾ ਕੇ ਲਿਟਾਂ। ਆਖੋ ਸਤਨਾਮ ਵਾਹਿਗੁਰੂ ਜੀ। ਉਹਦੀ ਆਦਤ ਨਹੀਂ ਜਾਂਦੀ, ਉਹਨੂੰ ਭਾਵੇਂ ਚੰਦਨ ਦੇ ਬੂਟੇ ਲਾਗੇ ਬੰਨ੍ਹ ਦਿਓ, ਉਹਨੇ ਚੰਦਨ ਦੇ ਬੂਟੇ ਦੀ ਕੋਈ ਕਦਰ ਨਹੀਂ ਪਾਉਣੀ, ਉਹਨੇ ਖੇਹ ਲੱਭਣੀ ਹੈ, ਮਿੱਟੀ ਲੱਭਣੀ ਹੈ ਵੀ ਮੈਨੂੰ ਖੇਹ ਤਾਂ ਮਿੱਟੀ ਲੱਭੇ ਮੈਂ ਜਾ ਕੇ ਉੱਥੇ ਲਿਟਾਂ। ਬਸ ਉਹਦਾ ਮਤਲਬ ਹੀ ਇੱਥੇ ਤੱਕ ਹੈ, ਇੱਥੇ ਤੱਕ ਹੀ ਮਤਲਬ ਹੈ, ਇਦੋਂ ਅੱਗੇ ਸੋਚਣਾ ਹੀ ਨਹੀਂ। ਤੇ ਅਗਲੀਆਂ 2 ਪੰਕਤੀਆਂ 'ਚ ਭਾਈ ਗੁਰਦਾਸ ਜੀ ਸਾਡੇ ਤੇ ਚੋਟ ਕਰਦੇ ਕੀ ਕਹਿ ਰਹੇ ਨੇ, ਬੜੇ ਪਿਆਰ ਨਾਲ ਪੰਕਤੀ ਸੁਣੋ। ਜੋ ਨਿੰਦਕ ਪਰ ਨਿੰਦ ਹੋ ਹਠ ਮੂਲ ਨਾ ਹਟੈ। ਜਿਵੇਂ ਮਹਾਰਾਜ ਕਹਿੰਦੇ ਕੁੱਤਾ ਚੱਕੀ ਚੱਟਣੋਂ ਨਹੀਂ ਹਟਦਾ, ਸੱਪ ਜ਼ਹਿਰ ਛੱਡਣੋਂ ਨਹੀਂ ਹਟਦਾ, ਪੱਥਰ ਸਖਤ ਪੁੜਾ ਨਹੀਂ ਛੱਡਦਾ, ਜਿਵੇਂ ਗਧਾ ਮਿੱਟੀ 'ਚ ਲਿਟਣਾ ਬੰਦ ਨਹੀਂ ਕਰ ਸਕਦਾ,
ਇਦਾਂ ਹੀ ਨਿੰਦਕ ਹੈ, ਉਹਨੂੰ ਜਿੰਨਾ ਮਰਜ਼ੀ ਸਮਝਾਈ ਚੱਲੋ, ਨਿੰਦਿਆ ਕਰਨੋਂ ਨਹੀਂ ਹਟ ਸਕਦਾ। ਹਠੀ ਬੰਦਾ ਕਹਿੰਦਾ ਜੋ ਮੈਂ ਫੈਸਲਾ ਲੈ ਲਿਆ, ਮੇਰੇ ਤੋਂ ਉੱਤੇ ਸਿਆਣਾ ਹੀ ਕੋਈ ਨਹੀਂ, ਭਾਵੇਂ ਸੁਦਾ ਹੀ ਗਲਤ ਹੋਵੇ, ਉਹ ਫੇਰ ਵੀ ਕਹੂ ਜੋ ਮੈਂ ਕੀਤਾ ਮੇਰੇ ਵਰਗਾ ਕੋਈ ਵੀ ਨਹੀਂ। ਫਿਰ ਜਿਹੜੇ ਨਿੰਦਕ, ਜਿਹੜੇ ਹਠੀ ਬੰਦੇ ਹੁੰਦੇ ਨੇ, ਉਹਨਾਂ ਦੀ ਆਖਰੀ ਪੰਕਤੀ ਵਿੱਚ ਭਾਈ ਜੀ ਕੀ ਸੇਧ ਦਿੰਦੇ ਨੇ? ਸ਼ਬਦ ਦੀ ਆਖਰੀ ਪੰਕਤੀ ਹੈ, ਆਪਣ ਹੱਥੀ ਆਪਣੀ ਜੜਿਆ ਪੋ ਪਟੈ। ਫਿਰ ਨਿੰਦਕ ਬੰਦਾ, ਅੜੀਅਲ ਬੰਦਾ, ਹਠੀ ਬੰਦਾ ਜਦੋਂ ਆਪਣੇ ਹੱਠ ਤੇ ਆਪਣੀ ਨਿੰਦਿਆ ਤੇ ਅੜਿਆ ਰਹਿੰਦਾ ਹੈ, ਭਾਈ ਗੁਰਦਾਸ ਜੀ ਕਹਿੰਦੇ ਉਹ ਦੇਖਦਾ ਹੈ ਵੀ ਮੈਂ ਬੜਾ ਚਲਾਕ ਹਾਂ, ਉਹ ਦੇਖਦਾ ਹੈ ਮੈਂ ਬੜਾ ਚਤਰ ਹਾਂ, ਪਰ ਉਹਨੂੰ ਇਹ ਨਹੀਂ ਪਤਾ ਮੈਂ ਆਪਣੀ ਜੜ ਆਪਣੇ ਹੱਥੀਂ ਪੁੱਟ ਰਿਹਾ। ਔਰੰਗਜ਼ੇਬ ਕਿਤੇ ਕਹਿੰਦਾ ਸੀ ਮੈਂ ਜ਼ੁਲਮ ਕਰਦਾ, ਵਜੀਦ ਖਾਨ ਨੇ ਕਿਤੇ ਕਿਹਾ ਸੀ ਵੀ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਕੇ ਮੈਂ ਪਾਪ ਕੀਤਾ, ਉਹ ਕਹਿੰਦਾ ਸੀ ਜੋ ਮੈਂ ਕਰਦਾ ਮੇਰੇ ਵਰਗਾ ਹੈ ਹੀ ਕੋਈ ਨਹੀਂ। ਪਰ ਉਧਰ ਨੂਰਾ ਮਾਹੀ ਕਲਗੀਧਰ ਜੀ ਨੂੰ ਬਚਨ ਸੁਣਾ ਰਿਹਾ ਰਾਏਕੋਟ ਦੀ ਧਰਤੀ ਤੇ, ਉਧਰ ਕਲਗੀਧਰ ਜੀ ਤੀਰ ਦੀ ਨੋਕ ਨਾਲ ਕਾਹੀ ਦਾ ਬੂਟਾ ਫਰੋਲ ਰਹੇ ਨੇ। ਇੱਧਰ ਨੂਰੇ ਮਾਹੀ ਦੀ ਗੱਲ ਪੂਰੀ ਹੋ ਗਈ, ਉਧਰ ਕਾਹੀ ਦਾ ਬੂਟਾ ਪੱਟਿਆ ਗਿਆ ਤੇ ਕਲਗੀਧਰ ਜੀ ਕਹਿੰਦੇ ਮੁਗਲ ਰਾਜ ਦੀ ਜੜ ਅੱਜ ਤੋਂ ਪੱਟੀ ਗਈ, ਵੀ ਉਹਨਾਂ ਨੇ ਆਪਣੀ ਜੜ ਆਪ ਪੱਟੀ ਹੈ ਜ਼ੁਲਮ ਕਰ ਕਰਕੇ। ਤੇ ਫਿਰ ਤੁਸੀਂ ਸਾਰੇ ਹੀ ਸਿਆਣੇ ਹੋ, ਇੱਕ ਵਾਰੀ ਮੁਗਲ ਰਾਜ ਦੀ ਜੜ ਬਾਬਾ ਬੰਦਾ ਸਿੰਘ ਬਹਾਦਰ ਨੇ ਪੱਟੀ, ਮੁੜ ਕੇ ਅੱਜ ਤੱਕ ਨਹੀਂ ਲੱਗੀ। ਆਖੋ ਸਤਨਾਮ ਵਾਹਿਗੁਰੂ ਜੀ। ਨਾ ਲੱਗਣੀ ਹੈ ਕਿਉਂਕਿ ਗੁਰੂ ਦਾ ਬਚਨ ਹੈ। ਤੇ ਜੇ ਹੁਣ ਕੋਈ ਅੜੀ ਕਰੂਗਾ, ਜੇ ਹੁਣ ਕੋਈ ਹੱਠ ਕਰੂਗਾ, ਤੰਗੀ ਦੇਊਗਾ, ਜ਼ੁਲਮ ਕਰੂਗਾ, ਤੇ ਆਪਾਂ ਕੀ ਸਮਝਦੇ ਆ ਵੀ ਜੜ ਸਦਾ ਵਾਸਤੇ ਲੱਗੀ ਰਹਿ ਗਈ ਹੋਈ। ਇਹ ਜੋ ਕਹਿੰਦੇ ਕਰ ਰਹੇ ਅਸੀਂ ਸਹੀ ਕਰ ਰਹੇ ਹਾਂ, ਅਸਲ ਵਿੱਚ ਆਪਣੀ ਜੜ ਆਪ ਪੁੱਟ ਰਹੇ ਨੇ। ਤੇ ਮੈਂ ਹੈਰਾਨ ਆ ਸਾਡੇ ਲੋਕਾਂ ਦੇ, ਦੁਨੀਆ ਹੱਕ ਮੰਗਣ ਡਈ ਹੈ, ਸੜਕਾਂ ਤੇ ਟਰੈਕ ਲਾਈਨ ਦੀਆਂ, ਪਟੜੀ ਦੀਆਂ ਲਾਈਨਾਂ ਤੇ ਬਹਿ ਕੇ ਨਾਅਰੇ ਮੁਜ਼ਾਰੇ ਹੋ ਰਹੇ ਨੇ, ਅਸੀਂ ਹਜੇ ਪਾਰਟੀਆਂ ਦੀ ਜਿੰਦਾਬਾਦ ਮੁਰਦਾਬਾਦ ਫੇਰ ਨਹੀਂ ਛੱਡਦੇ। ਆਖੋ ਸਤਨਾਮ ਵਾਹਿਗੁਰੂ ਜੀ। ਫੇਰ ਨਹੀਂ ਛੱਡਦੇ। ਪਰ ਵੇਖੋ ਇਹ ਜਿਹੜੀ ਸਰਦਾਰੀ ਤੁਹਾਨੂੰ ਸਾਨੂੰ ਮਿਲੀ ਹੈ, ਮੈਂ ਇਹ ਬਚਨ ਕਰਾਂਗਾ ਤੁਹਾਡੇ ਚਰਨਾਂ 'ਚ ਮਹਾਰਾਜ ਨੇ ਸਭ ਕੁਝ ਦਾਅ ਤੇ ਲਾ ਕੇ ਸਾਡੇ ਤੇ ਕਿਵੇਂ ਕਿਰਪਾ ਕੀਤੀ ਹੈ। ਧਿਆਨ ਦੇਣਾ, ਚਮਕੌਰ ਦੀ ਗੜੀ, ਮੇਰਾ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ, ਦੋ ਪੁੱਤਰ ਵੱਡੇ ਸ਼ਹੀਦ ਕਰਾ ਕੇ ਤੇ ਚਾਲੇ ਪਾਉਣ ਲੱਗੇ ਆ। ਮਹਾਰਾਜ ਨੇ ਤੇ ਫੈਸਲਾ ਦੇ ਦਿੱਤਾ ਸੀ ਕਿ ਅਗਲੇ ਜਥੇ ਨਾਲ ਕੱਲ ਦਿਨ ਵੇਲੇ ਮੈਂ ਜਾਵਾਂਗਾ, ਮੈਂ ਸ਼ਹੀਦੀ ਪਾ ਦਿਆਂਗਾ, ਕੱਲ ਦੇ ਜਥੇ ਦੀ ਅਗਵਾਈ ਮੈਂ ਕਰਾਂਗਾ। ਤੇ ਗਿਆਨੀ ਪਿਆਰੇ ਮਾਨ ਸਿੰਘ ਜੀ ਵਰਗੇ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਭਾਈ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਕਾ ਬੇਟਾ, ਉਹ ਵੀ ਗੜੀ 'ਚ ਮੌਜੂਦ ਨੇ ਤੇ ਗੇਟ ਤੇ ਡਿਊਟੀ ਹੈ ਗੜੀ ਦੇ। ਜਦੋਂ ਪਾਤਸ਼ਾਹ ਨੇ ਹੁਕਮ ਜਾਰੀ ਕਰਤਾ ਵੀ ਕੱਲ ਨੂੰ ਮੈਂ ਜਾਊਂ, ਤੇ ਪਹਿਲਾਂ ਪਿਆਰੇ ਦਇਆ ਸਿੰਘ ਜੀ ਆ ਕੇ ਕਹਿੰਦੇ ਮਹਾਰਾਜ ਤੁਸੀਂ ਤਾਂ ਸਾਡੇ ਵਰਗੇ ਬਹੁਤ ਸਿੱਖ ਬਣਾ ਸਕਦੇ ਹੋ, ਤੁਸੀਂ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ। ਮਹਾਰਾਜ ਕਹਿੰਦੇ ਦਇਆ ਸਿਆਂ ਸੁਝਾਅ ਤੇਰਾ ਬਹੁਤ ਚੰਗਾ ਹੈ, ਪਰ ਮੈਂ ਮੰਨਾਂ ਤੇ ਚਾਹੇ ਨਾ ਮੰਨਾਂ, ਕਿਉਂ? ਕਿਉਂਕਿ ਤੂੰ ਹੈ ਚੇਲਾ ਤੇ ਮੈਂ ਗੁਰੂ। ਸੁਝਾਅ ਤੇਰਾ ਚੰਗਾ ਹੈ, ਮੰਨਾਂ ਚਾਹੇ ਨਾ ਮੰਨਾਂ। ਜਦੋਂ ਪਿਆਰੇ ਦਇਆ ਸਿੰਘ ਜੀ ਦਾ ਬਚਨ ਨਹੀਂ ਮੰਨਿਆ, ਪਿਆਰੇ ਧਰਮ ਸਿੰਘ ਜੀ ਦਾ ਬਚਨ ਨਹੀਂ ਮੰਨਿਆ, ਪਿਆਰੇ ਮਾਨ ਸਿੰਘ ਜੀ ਦੀ ਬੇਨਤੀ ਨਹੀਂ ਮੰਨੀ, ਫਿਰ ਪੰਜ ਗੁਰਮਤਾ ਕਰਕੇ ਇਕੱਠੇ ਹੀ ਆਏ। ਜਦੋਂ ਕਲਗੀਧਰ ਜੀ ਨੇ ਪੰਜਾਂ ਨੂੰ ਆਉਂਦੇ ਦੇਖਿਆ, ਜੋੜਾ ਲਾ ਕੇ ਸਾਈਡ ਤੇ ਕੀਤਾ, ਗਲ 'ਚ ਪੱਲਾ ਹੱਥ 'ਚ ਫੜ ਕੇ ਇਦਾਂ ਹੱਥ ਜੋੜ ਕੇ ਖੜ ਗਏ, ਆਓ ਖਾਲਸਾ ਜੀ, ਜੀ ਆਇਆਂ ਨੂੰ। ਮਹਾਰਾਜ ਕਹਿੰਦੇ ਸਤਿਗੁਰ ਜੀ ਪੰਜ ਪਿਆਰੇ ਕਹਿ ਰਹੇ ਨੇ, ਤੁਸੀਂ ਆਪ ਕਿਹਾ ਸੀ ਪੰਜਾਂ ਦਾ ਹੁਕਮ ਮੰਨਾਂਗਾ, ਅਸੀਂ ਹੁਕਮ ਨਹੀਂ ਕਰਦੇ,
ਅਸੀਂ ਬੇਨਤੀ ਕਰਦੇ। ਇੱਥੇ ਥੋੜਾ ਜਿਹਾ ਧਿਆਨ ਦੇਣਾ ਮੇਰੀ ਬੇਨਤੀ ਵੱਲ। ਕਈ ਵਾਰੀ ਅਸੀਂ ਕਹਿ ਦਿੰਦੇ ਪੰਜਾਂ ਨੇ ਹੁਕਮ ਕੀਤਾ। ਪੰਜਾਂ ਪਿਆਰਿਆਂ ਨੇ, ਚਾਹੇ ਤੁਸੀਂ ਭਾਈ ਵੀਰ ਸਿੰਘ ਜੀ ਨੂੰ ਪੜ੍ਹ ਲਓ, ਗਿਆਨੀ ਗਿਆਨ ਸਿੰਘ ਜੀ ਨੂੰ ਪੜ੍ਹ ਲਓ, ਅੱਜ ਤੋਂ 200 ਸਾਲ ਪਹਿਲਾਂ ਜਿਹੜਾ ਇਤਿਹਾਸ ਲਿਖਿਆ ਗਿਆ, ਉਹਦੇ 'ਚ ਇਹੀ ਹੈ ਵੀ ਪੰਜਾਂ ਨੇ ਬਿਨੇ ਕੀਤੀ। ਬਿਨੇ ਦਾ ਅਰਥ ਹੁੰਦਾ ਬੇਨਤੀ। ਇਹ ਮੈਂ ਬੇਨਤੀ ਤੁਹਾਡੇ ਚਰਨਾਂ 'ਚ ਰੱਖ ਰਿਹਾ ਵੀ ਪੰਜਾਂ ਨੇ ਬੇਨਤੀ ਕੀਤੀ। ਕਿਉਂ? ਕੀ ਕਿਹਾ ਪੰਜਾਂ ਨੇ? ਮਹਾਰਾਜ ਤੁਸੀਂ ਕਿਹਾ ਸੀ ਹੁਕਮ ਮੰਨਾਂਗੇ, ਪਰ ਅਸੀਂ ਬੇਨਤੀ ਕਰਦੇ ਹਾਂ। ਰਾਤੋਂ ਰਾਤ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ, ਚੁੱਪ ਕਰਕੇ ਚਲੇ ਜਾਓ। ਮਹਾਰਾਜ ਕਹਿੰਦੇ ਖਾਲਸਾ ਜੀ, ਜੇ ਮੈਂ ਆਪਣੀ ਬਣਾਈ ਪੰਚਾਇਤ ਦਾ ਫੈਸਲਾ ਆਪ ਨਹੀਂ ਮੰਨਾਂਗਾ, ਆਉਣ ਵਾਲੇ ਵੀ ਨਹੀਂ ਮੰਨਣਗੇ। ਆਖੋ ਸਤਨਾਮ ਵਾਹਿਗੁਰੂ ਜੀ। ਮੰਨਾਂਗਾ, ਪਰ ਉਹ ਮੰਨਾਂਗਾ ਜਿਹੜਾ ਮੰਨਣ ਵਾਲਾ ਹੈ, ਜਿਹੜਾ ਨਹੀਂ ਮੰਨਣ ਵਾਲਾ ਨਹੀਂ ਮੰਨਾਂਗਾ। ਇੱਥੇ ਮੈਂ ਦੱਸ ਰਿਹਾ ਬੇਨਤੀ ਪੰਜਾਂ ਦੀ, ਕਿਉਂਕਿ ਜੇ ਹੁਕਮ ਕੀਤਾ ਹੁੰਦਾ ਨਾ ਕਿ ਰਾਤ ਦੇ ਹਨੇਰੇ 'ਚ ਚੁੱਪ ਕਰਕੇ ਬਿਨਾਂ ਸ਼ੋਰ ਕੀਤਿਆਂ ਮਹਾਰਾਜ ਤੁਸੀਂ ਚਲੇ ਜਾਓ, ਅਸੀਂ ਹੁਕਮ ਕਰਦੇ ਆਂ, ਫਿਰ ਮਹਾਰਾਜ ਤਾਂ ਤਾੜੀ ਵਜਾ ਕੇ ਗਏ ਨੇ। ਆਖੋ ਸਤਨਾਮ ਵਾਹਿਗੁਰੂ ਜੀ। ਇਹ ਤਾਂ ਉਹਨਾਂ ਨੇ ਲਲਕਾਰ ਦਿੱਤੀ ਹੈ ਵੀ ਹਿੰਦ ਦਾ ਪੀਰ ਜਾ ਰਿਹਾ ਹੈ, ਜਿਹਦੇ 'ਚ ਹਿੰਮਤ ਹੈ ਰੋਕ ਲਵੇ। ਫਿਰ ਪੰਜਾਂ ਦੀ ਹੁਕਮ ਅਦੂਲੀ ਹੁੰਦੀ। ਆਖੋ ਸਤਨਾਮ ਵਾਹਿਗੁਰੂ ਜੀ। ਵੀ ਹੁਕਮ ਨਹੀਂ ਮੰਨਿਆ, ਉਹ ਤਾਂ ਕਹਿੰਦੇ ਚੁੱਪ ਕਰਕੇ ਚਲੇ ਜਾਓ। ਕਹਿੰਦੇ ਬੇਨਤੀ ਕਰਦੇ ਐ। ਪਾਤਸ਼ਾਹ ਕਹਿੰਦੇ ਜਿਹੜੀ ਮੰਨਣ ਵਾਲੀ ਹੈ ਮੰਨਾਂਗਾ, ਖਾਲਸਾ ਜੀ ਜਿਹੜੀ ਨਹੀਂ ਮੰਨਣ ਵਾਲੀ ਨਹੀਂ ਮੰਨਣੀ। ਚਲੇ ਜਾਵਾਂਗਾ, ਇਹ ਮੰਨ ਲਾਂਗਾ, ਪਰ ਤੁਸੀਂ ਕਹਿੰਦੇ ਹੋ ਚੁੱਪ ਕਰਕੇ ਚਲੇ ਜਾਓ। ਚੁੱਪ ਕਰਕੇ ਨਹੀਂ ਜਾਣਾ। ਆਖੋ ਸਤਨਾਮ ਵਾਹਿਗੁਰੂ ਜੀ। ਤਾੜੀ ਵਜਾਵਾਂਗਾ, ਤੁਸੀਂ ਨਗਾਰੇ ਤੇ ਚੋਟ ਲਾਇਓ। ਲਲਕਾਰ ਕੇ ਜਾਵਾਂਗਾ, ਨਹੀਂ ਤੇ ਕੱਲ ਨੂੰ ਕਹਿਣਗੇ ਕਿ ਸਿੱਖਾਂ ਦਾ ਗੁਰੂ ਬੁਝਦਿਲ ਨਿਕਲਿਆ, ਰਾਤੋਂ ਰਾਤ ਦੇ ਹਨੇਰੇ ਦਾ ਫਾਇਦਾ ਲੈ ਕੇ ਚਲਿਆ ਗਿਆ। ਇਹ ਮੈਂ ਬੇਨਤੀ ਕਿਉਂ ਰੱਖੀ ਹੈ ਤੁਹਾਡੇ 'ਚ? ਦਸੰਬਰ ਮਹੀਨਾ ਆਉਣ ਵਾਲਾ ਮੋਰੇ, ਪਾਤਸ਼ਾਹ ਦੇ ਉਹ 6 ਪੋਹ ਤੋਂ ਲੈ ਕੇ 14 ਤੇ 15 ਪੋਹ ਤੱਕ ਉਹ ਦਿਨ ਚੱਲਣੇ ਆ ਜਿਹੜੇ ਅੱਤ ਦੇ ਕਾਲੇ ਦਿਨ ਅਸੀਂ ਕਹਿ ਸਕਦੇ, ਮਹਾਨ ਨਹੀਂ ਕਹਿ ਸਕਦੇ। ਕਈ ਵਾਰੀ ਅਸੀਂ ਕਹਿੰਦੇ ਨਾ ਮਹਾਨ ਸ਼ਹੀਦੀ ਦਿਹਾੜਾ, ਨਾ ਦਿਹਾੜਾ ਮਹਾਨ ਨਹੀਂ ਹੈ, ਉਹ ਕਾਲਾ ਦਿਨ ਹੈ। ਮਹਾਨ ਸ਼ਹੀਦੀ ਹੈ, ਮਹਾਨ ਕੁਰਬਾਨੀ ਹੈ। ਜਿਸ ਦਿਨ ਗੁਰੂ ਦੇ ਸਾਹਿਬਜ਼ਾਦੇ ਨੀਹਾਂ 'ਚ ਚਿਣੇ, ਉਹਨੂੰ ਮਹਾਨ ਕਹੋਗੇ ਤੁਸੀਂ? ਜਿੱਦਣ ਐਡਾ ਜ਼ੁਲਮ ਹੋਇਆ ਹੋਵੇ, ਸ਼ਾਹਰਗਾਂ ਵੱਡੀਆਂ ਗਈਆਂ ਹੋਣ, ਦਿਨ ਮਹਾਨ ਨਹੀਂ ਹੈ। ਕੁਰਬਾਨੀ ਮਹਾਨ ਹੈ, ਸ਼ਹੀਦੀ ਮਹਾਨ ਹੈ। ਕੁਰਬਾਨੀ ਮਹਾਨ ਹੋ ਸਕਦੀ ਹੈ, ਤੇ ਮਹਾਨ ਦਿਨ ਉਹ ਹੁੰਦਾ ਹੈ ਜਿੱਦਣ ਗੁਰੂ ਨਾਨਕ ਇਸ ਧਰਤੀ ਤੇ ਆਏ, ਜਿੱਦਣ ਸਤਿਗੁਰੂ ਰਵਿਦਾਸ ਮਹਾਰਾਜ ਇਸ ਧਰਤੀ ਤੇ ਆਏ, ਜਿੱਦਣ ਗੁਰੂ ਅਰਜਨ ਦੇਵ ਮਹਾਰਾਜ ਇਸ ਧਰਤੀ ਤੇ ਆਏ, ਜਿੱਦਣ ਖਾਲਸਾ ਪੰਥ ਸਾਜਿਆ, ਉਹ ਮਹਾਨ ਦਿਨ ਨੇ। ਹੁਣ ਜਦੋਂ ਤਵੱਜੋ ਦੇ ਕੇ ਸੁਣੀ ਚੱਲਿਓ, ਮੇਰੀ ਬੇਨਤੀ ਹਿਲਜੁਲ ਨਾ ਕਰਿਓ। ਹੁਣ ਜਦੋਂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਕਿ ਜੰਗ ਦੇ ਮੈਦਾਨ ਵਿੱਚ ਜਾਵਾਂਗਾ, ਤਾੜੀ ਮਾਰਾਂਗਾ, ਤੁਸੀਂ ਨਗਾਰੇ ਤੇ ਚੋਟ ਲਾਉਣੀ ਗੜੀ ਦੇ ਅੰਦਰੋਂ। ਮਹਾਰਾਜ ਚਮਕੌਰ ਦੀ ਗੜੀ ਵੱਲ ਤੁਰੇ, ਆਪਣੇ ਸਿਰ ਦਾ ਤਾਜ ਕਲਗੀ ਲਾਈ, ਭਾਈ ਸੰਗਤ ਸਿੰਘ ਦੇ ਸੀਸ ਤੇ ਸਜਾਤੀ ਕਿ ਖਾਲਸਾ ਜੀ, ਤਖਤ ਆਨੰਦਪੁਰ ਸਾਹਿਬ ਅੱਗੇ ਛੱਡ ਕੇ ਆ ਗਿਆ ਤੁਹਾਨੂੰ, ਤਖਤ ਤੇ ਤੁਹਾਨੂੰ ਦਿੱਤਾ ਹੀ ਸੀ, ਅੱਜ ਤਾਜ ਵੀ ਦਿੱਤਾ। ਆਖੋ ਸਤਨਾਮ ਵਾਹਿਗੁਰੂ ਜੀ। ਅੱਜ ਤਖਤ ਤੇ ਦੇਤਾ ਸੀ, ਅੱਜ ਤਾਜ ਵੀ ਦੇਤਾ। ਤੇ ਪਾਤਸ਼ਾਹ ਜਦੋਂ ਗੜੀ ਦੇ ਵਿੱਚ ਚਰਨ ਪਾਉਣ ਲੱਗੇ ਐ ਮੈਦਾਨ ਵਿੱਚ, ਜੋੜਾ ਵੀ ਲਾਇਆ। ਜਦੋਂ ਜੋੜਾ ਵੀ ਲਾਤਾ ਤੇ ਪਿਆਰੇ ਦਇਆ ਸਿੰਘ ਜੀ ਨਾਲ ਤੋਰਨ ਆਏ ਨੇ, ਕਹਿੰਦੇ ਮਹਾਰਾਜ ਜੋੜਾ ਕਿਉਂ ਲਾਇਆ? ਜੰਗਲ ਦਾ ਰਸਤਾ ਹੈ, ਪੈਰਾਂ ਵਿੱਚ ਸੂਲਾਂ ਕੰਡੇ ਵੱਜਣਗੇ, ਰੋੜ ਵੱਜਣਗੇ, ਕਿਰਪਾ ਕਰੋ ਆਪਣੇ ਚਰਨਾਂ ਦੇ ਵਿੱਚ ਜੋੜਾ ਪਾ ਲਓ। ਮਹਾਰਾਜ ਕਹਿੰਦੇ ਨਹੀਂ, ਇਸ ਜੰਗ ਦੇ ਮੈਦਾਨ ਵਿੱਚ
ਮੇਰੇ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੋਏ। ਰਾਤ ਦੇ ਹਨੇਰੇ ਵਿੱਚ ਉਹਨਾਂ ਦੇ ਕੇਸ ਵੀ ਖੁੱਲ ਗਏ ਹੋਣਗੇ ਜਦੋਂ ਜੰਗ ਕਰਕੇ ਡਿੱਗੇ ਹੋਣਗੇ। ਹੋ ਸਕਦਾ ਕਿਸੇ ਦੇ ਕੇਸ ਖੁੱਲੇ ਹੋਣ, ਤੇ ਜੇ ਮੈਂ ਜੋੜਾ ਪਾ ਕੇ ਜਾਵਾਂਗਾ ਰਾਤ ਦੇ ਹਨੇਰੇ 'ਚ ਮੇਰਾ ਜੋੜਾ ਉਹਨਾਂ ਕੇਸਾਂ ਤੇ ਆਊਗਾ ਤੇ ਬੇਅਦਬੀ ਹੋਈ। ਖਾਲਸਾ ਜੀ, ਸੂਲਾਂ ਲੱਗਣੀਆਂ ਪ੍ਰਵਾਨ ਨੇ, ਪਰ ਜੋੜਾ ਪਾ ਕੇ ਕੇਸਾਂ ਤੇ ਮੇਰਾ ਜੋੜਾ ਆਵੇ, ਬੇਅਦਬੀ ਹੋਵੇ, ਇਹ ਬੇਅਦਬੀ ਮੇਰੇ ਤੋਂ ਜਰੀ ਨਹੀਂ। ਦੇਖੋ, ਕੇਸਾਂ ਨੂੰ ਸਤਿਕਾਰ ਦੇਣ ਵਾਸਤੇ ਮਹਾਰਾਜ ਨੇ ਕਿੱਡੀ ਵੱਡੀ ਕੁਰਬਾਨੀ ਤੇ ਕਿਰਪਾ ਕੀਤੀ ਸਮਝਾਉਣ ਖਾਤਰ। ਤੇ ਫਿਰ ਪੁੱਛੇ ਭਾਈ ਦਇਆ ਸਿੰਘ ਜੀ, ਕਹਿੰਦੇ ਮਹਾਰਾਜ ਹੁਣ ਮਿਲੋਗੇ ਕਿੱਥੇ? ਮਹਾਰਾਜ ਕਹਿੰਦੇ ਨੇ ਮਾਛੀਵਾੜਾ ਸਾਹਿਬ ਦੇ ਜੰਗਲਾਂ ਵੱਲ ਧਰੂ ਤਾਰੇ ਦੀ ਸੇਧ ਲੈ ਕੇ ਆ ਜਿਓ, ਅਸੀਂ ਤੁਹਾਨੂੰ ਉੱਥੇ ਮਿਲਾਂਗੇ। 7 ਵਜਨ ਮਹਾਰਾਜ ਨੇ ਤਾੜੀ ਮਾਰੀ, ਗੜੀ ਦੇ ਵਿੱਚ ਨਗਾਰੇ ਤੇ ਚੋਟ ਲੱਗੀ ਤੇ ਪਾਤਸ਼ਾਹ ਨੇ ਲਲਕਾਰਿਆ, ਹਿੰਦ ਦਾ ਪੀਰ ਜਾ ਰਿਹਾ ਹੈ, ਜਿਹਦੇ 'ਚ ਹਿੰਮਤ ਹੈ ਰੋਕ ਲਵੇ। ਖਾਲਸਾ ਜੀ, ਇੱਥੇ ਧਿਆਨ ਦੇਣਾ, ਨਗਾਰਾ ਵੱਜਿਆ ਸੀ ਦੁਸ਼ਮਣ ਵਾਸਤੇ, ਤਾੜੀ ਵੱਜੀ ਸੀ ਤੁਹਾਡੇ ਤੇ ਸਾਡੇ ਵਾਸਤੇ। ਕਿਉਂ? ਕਿਉਂਕਿ ਤਾੜੀ ਉਦੋਂ ਵੱਜਦੀ ਹੈ ਜਦੋਂ ਹੱਥ ਖਾਲੀ ਹੋਣ। ਮਹਾਰਾਜ ਨੇ ਸਾਨੂੰ ਤਾੜੀ ਮਾਰ ਕੇ ਦੱਸਿਆ ਹੈ ਕਿ ਜਦੋਂ ਅਨੰਦਪੁਰ ਸਾਹਿਬ ਤੋਂ ਤੁਰਿਆ ਸੀ, 4 ਪੁੱਤ ਮੇਰੇ ਨਾਲ ਸੀ। ਜਦੋਂ ਅਨੰਦਪੁਰ ਸਾਹਿਬ ਤੋਂ ਤੁਰਿਆ, ਮੇਰੀਆਂ ਪਤਨੀਆਂ ਮੇਰੇ ਨਾਲ। ਜਦੋਂ ਅਨੰਦਪੁਰ ਸਾਹਿਬ ਤੋਂ ਤੁਰਿਆ ਸੀ, ਮੇਰੀ ਮਾਂ ਮੇਰੇ ਨਾਲ ਸੀ। ਜਦੋਂ ਅਨੰਦਪੁਰ ਸਾਹਿਬ ਤੋਂ ਤੁਰਿਆ, ਮੇਰੇ ਸਿੰਘ ਮੇਰੇ ਨਾਲ ਸੀ। ਅੱਜ ਗੜੀ ਚੋਂ ਜਾਣ ਲੱਗਾ ਤੇ ਖਾਲੀ ਹੱਥ। ਕਿਉਂ? ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ। ਸਾਨੂੰ ਤੁਹਾਨੂੰ ਕਿਹਾ ਸੀ ਨਾ ਵੀ ਫੇਰ ਕੀ ਹੋਇਆ ਜੇ ਮੇਰੇ 4 ਗਏ, ਆ ਜਿਉਂ ਹੈਗੇ ਆ ਮੇਰੇ ਧੀਆਂ ਪੁੱਤ। ਤੇ ਜਦੋਂ ਬਾਦਸ਼ਾਹ ਜੀ ਚਮਕੌਰ ਦੀ ਗੜੀ ਤੋਂ ਤੁਰੇ ਤੇ ਬੱਦਲਾਂ 'ਚ ਬਿਜਲੀ ਚਮਕੇ ਸੀਗੀ, ਮਾਰਦੀ ਹੋਈ ਰੁਸ਼ਨਾਈ ਜਦ ਸੁਨਹਿਰੀ ਜਹੀ ਤਾਰ ਦੀ। ਧਰਤੀ ਤੇ ਨਿਗਾਹ ਜਾ ਪਈ ਸੀ ਦਾਤਾਰ ਦੀ। ਦਇਆ ਸਿੰਘ ਲਾਸ਼ ਲਈ ਬੈਠਾ ਅਜੀਤ ਤੇ ਜੁਝਾਰ ਦੀ। ਕਹਿੰਦੇ ਰਾਤ ਹੈ, ਪੋਹ ਦੀਆਂ ਰਾਤਾਂ ਨੇ, ਬਿਜਲੀ ਲਸ਼ਕਦੀ ਹੈ, ਕੱਕਰ ਵਰਦਾ ਹੈ। ਤੇ ਜਦੋਂ ਮਹਾਰਾਜ ਜੀ ਲੰਘਣ ਲੱਗੇ, ਉਸ ਬਿਜਲੀ ਦੀ ਰੋਸ਼ਨੀ ਦੇ ਨਾਲ ਥੱਲੇ ਧਰਤੀ ਤੇ ਨਿਗਾਹ ਪਈ ਤੇ ਪਿਆਰੇ ਦਇਆ ਸਿੰਘ ਜੀ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੇ ਸੀਸ ਆਪਣੀ ਗੋਦ 'ਚ ਰੱਖ ਕੇ ਬੈਠੇ। ਤੇ ਜਦੋਂ ਕਲਗੀਧਰ ਜੀ ਕੋਲ ਦੀ ਨਿਕਲਣ ਲੱਗੇ ਨਾ, ਗੁਜ਼ਰ ਚੱਲੇ, ਲੰਘ ਚੱਲੇ, ਤੇ ਉਸ ਵੇਲੇ ਪਿਆਰੇ ਦਇਆ ਸਿੰਘ ਜੀ ਕਲਗੀਧਰ ਪਾਤਸ਼ਾਹ ਨੂੰ ਕਹਿੰਦੇ ਨੇ, ਮਹਾਰਾਜ ਇੰਜ ਲੰਘ ਚੱਲੇ ਜਿਵੇਂ ਜਾਣਦੇ ਨੇ, ਏਦਾਂ ਕੋਲ ਦੀ ਲੰਘ ਚੱਲੇ ਹੋ ਜਿਵੇਂ ਤੁਹਾਨੂੰ ਪਤਾ ਹੀ ਨਹੀਂ ਕਿ ਕੌਣ ਪਿਆ ਹੈ। ਤੇ ਪਾਤਸ਼ਾਹ ਨੂੰ ਉਸ ਲਈ ਬੇਨਤੀ ਕੀਤੀ ਪਿਆਰੇ ਦਇਆ ਸਿੰਘ ਜੀ ਨੇ, ਹੈ ਪਾਤਸ਼ਾਹ, ਕਿਸੇ ਕਲਗੀਆਂ ਵਾਲੇ ਦਾ ਵਿਗੜ ਜਾਂਦਾ, 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 ਕਲਗੀਆਂ ਵਾਲੇ ਦਾ ਵਿਗੜ ਜਾਂਦਾ, ਕਿਸੇ ਕਲਗੀਆਂ ਵਾਲੇ ਦਾ ਵਿਗੜ ਜਾਂਦਾ। ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ? ਕਹਿੰਦੇ ਕੀ ਵਿਗੜ ਚੱਲਾ ਸੀ? ਕਿਉਂ? ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ? ਇੱਕ ਨਿਗਾਹ ਜੇ ਚਾਨਣਾ ਤੇ ਮਾਰ ਜਾਂਦਾ। ਕੁਛ ਨਹੀਂ ਸੀ ਵਿਗੜਨਾ ਪਾਤਸ਼ਾਹ, ਇੱਕ ਸੁੱਕੀ ਨਿਗਾਹ ਹੀ ਪੁੱਤਰਾਂ ਤੇ ਮਾਰ ਜਾਂਦੇ। ਤੁਹਾਡੇ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ। ਇਹ ਜਿਹੜੀ ਤਿਆਗ ਦੀ ਮਹਿੰਦੀ ਹੱਥਾਂ ਤੇ ਲੱਗੀ ਹੈ, ਇਹ ਕਿਤੇ ਲਿੱਥਣ ਥੋੜੋ ਲੱਗੀ ਸੀ।
ਸੁੱਕਾ ਹੱਥ ਜੇ ਚਿਹਰਿਆਂ ਤੇ ਫੇਰ ਜਾਂਦਾ। ਪਿਆਰ ਦੇ ਜਾਓ। ਕਲਗੀਧਰ ਪਾਤਸ਼ਾਹ ਤੁਹਾਡੇ ਪੁੱਤ ਨੇ, ਇਹਨਾਂ ਨੂੰ ਪਿਆਰ ਦਿਓ। ਤੇ ਕਲਗੀਧਰ ਪਾਤਸ਼ਾਹ ਨੇ ਪਤਾ ਪਿਆਰਿਓ ਕੀ ਕਿਹਾ? ਮਾਰੇ ਕਹਿੰਦੇ ਦਇਆ ਸਿਆ ਔਖ ਸੌਖ ਵਿੱਚ ਜਿਹੜੇ ਮੇਰੇ ਭਾਈ ਵਾਲ ਨੇ, ਬਿਨਾਂ ਤਨਖਾਹ ਤੋਂ ਜੋ ਰਹੇ ਮੇਰੇ ਨਾਲ ਨੇ, ਵੇਖ ਜੰਗ ਦੇ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ, ਇਹ ਵੀ ਤਾਂ ਕਿਸੇ ਮਾਵਾਂ ਦੇ ਹੀ ਲਾਲ ਨੇ। ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ। ਇਹ ਦੋ ਪੁੱਤ ਥੋੜੋ ਨੇ ਮੇਰੇ, ਜਿਹੜੇ ਬਾਕੀ ਬੈਠੇ ਨੇ ਇਹ ਵੀ ਤਾਂ ਮੇਰੇ ਪੁੱਤ ਨੇ, ਜਿਹੜੇ ਬਾਕੀ ਸ਼ਹੀਦ ਹੋਏ ਐ ਇਹ ਵੀ ਤਾਂ ਕਿਸੇ ਮਾਵਾਂ ਦੇ ਹੀ ਪੁੱਤ ਆ। ਜੇ ਤੇ ਕਿਉਂਕਿ ਕਿਹਾ ਸੀ ਨਾ ਪਿਆਰੇ ਦਇਆ ਸਿੰਘ ਜੀ ਨੇ ਕਿ ਗਰੀਬ ਤੋਂ ਗਰੀਬ ਮਾਪੇ ਦੁਨੀਆ ਤੇ ਆਏ ਨੇ, ਪਰ ਦਾਤਾ ਕਫਣੋਂ ਬਗੈਰ ਦੱਸ ਕਿਹਦੇ ਪੁੱਤ ਗਏ ਨੇ। ਗਰੀਬ ਤੋਂ ਗਰੀਬ ਬੰਦਾ ਵੀ ਜੇ ਇਸ ਸੰਸਾਰ ਤੇ ਆਇਆ ਉਹਦੇ ਬੱਚੇ ਵੀ ਬਿਨਾਂ ਕਫਣ ਤੋਂ ਨਹੀਂ ਗਏ। ਇਹ ਤਾਂ ਤੇਰੇ ਪੁੱਤ ਨੇ ਦਾਤਾ, ਜਾਂਦਾ ਜਾਂਦਾ ਕਫਣ ਪਾ ਜਾ। ਤੇ ਮਹਾਰਾਜ ਕਹਿੰਦੇ ਐ ਫਿਰ ਪਾਤਸ਼ਾਹ ਨੇ ਕਿਹਾ ਸੀ ਕਿ ਜੇ ਦਇਆ ਸਿਆ ਕਫਣ ਪਾਉਣਾ ਤੇ ਮੇਰੇ ਸਾਰੇ ਸਿੰਘਾਂ ਤੇ ਪਾਉਣਾ ਪਊ, ਨਹੀਂ ਇਹਨਾਂ ਦੋਵਾਂ ਤੇ ਵੀ ਪਾਉਣ ਦੀ ਲੋੜ ਨਹੀਂ। ਆਖੋ ਸਤਨਾਮ ਵਾਹਿਗੁਰੂ ਜੀ। ਲੋਕ ਕਹਿਣਗੇ ਆਉਣ ਵਾਲੇ ਸਮੇਂ 'ਚ ਕਿ ਗੁਰੂ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਸੀ ਤੇ ਸਿੰਘ ਹੋਰ ਸਮਝੇ ਸੀ। ਕਹਿੰਦੇ ਉੱਠ ਸਿੱਖਾ, ਮੂੰਹ ਵਾਲੇ ਤਿਨਕੇ ਤਰੋੜ ਦੇ, ਇਹਨਾਂ ਦਾ ਹੀ ਪੱਲਾ ਇਹਨਾਂ ਦੇ ਮੁਖ ਉੱਤੇ ਮੋੜ ਦੇ। ਜੇ ਪਾਉਣਾ ਹੀ ਹੈ ਨਾ ਕੁਝ ਚਿਹਰਿਆਂ ਤੇ, ਜਿਹੜਾ ਇਹਨਾਂ ਨੇ ਲੱਕ ਨੂੰ ਕਮਰ ਕੱਸਾ ਬੰਨਿਆ ਖੋਲ ਤੇ ਉਹੀ ਇਹਨਾਂ ਦੇ ਚਿਹਰਿਆਂ ਤੇ ਪਾ ਦੇ। ਚੱਲ ਚਲੀਏ, ਛੱਡ ਦੇ ਇੱਥੇ। ਹੈ ਹਿੰਮਤ ਕਿਸੇ 'ਚ ਵੀ 18 ਤੇ 16 ਸਾਲ ਦਾ ਪੁੱਤ ਅੱਖਾਂ ਸਾਹਮਣੇ ਸ਼ਹੀਦ ਹੋਇਆ ਹੋਵੇ ਤੇ ਬਾਪ ਕੋਲ ਦੀ ਲੰਘ ਚੱਲਿਆ। ਅਸੀਂ ਫੇਰ ਵੀ ਸਾਡੇ ਬਲਿਹਾਰੇ ਐ, ਇੰਨਾ ਕੁਰਬਾਨੀਆਂ ਕਰਕੇ ਮਹਾਰਾਜ ਨੇ ਸਾਨੂੰ ਮਾਲਕ ਬਣਾਇਆ, ਅਸੀਂ ਗੁਰਦੁਆਰਾ ਸਾਹਿਬ ਆਉਣ ਤੋਂ ਡਰੀ ਜਾਂਦੇ ਆ। ਆਖੋ ਸਤਨਾਮ ਵਾਹਿਗੁਰੂ ਜੀ। 2 ਘੰਟੇ ਬਹਿਣਾ ਪੈਣਾ, ਕੀ ਲੈਣਾ ਜਾ ਕੇ, ਘਰੇ ਹੀ ਪਕਾਓ, ਘਰੇ ਹੀ ਸੌਂ ਜਾਓ। ਅੱਧਿਆਂ ਦੇ ਨਾਟਕਾਂ ਦਾ ਫਿਕਰ ਹੋਣਾ ਵੀ ਕੀ ਲੈਣ ਜਾਣਾ, ਸੀਰੀਅਲ ਲੰਘਦਾ ਸਾਡਾ। ਮੈਂ ਪਰਸੋਂ ਵੀ ਬੇਨਤੀ ਕੀਤੀ ਸੀ ਕਿ ਜੇ ਬਾਬਾ ਬੰਦਾ ਸਿੰਘ ਬਹਾਦਰ ਨਾ ਆਉਂਦਾ ਨਾ, ਆ ਜ਼ਮੀਨਾਂ ਦੇ ਮਾਲਕ ਜਿਹੜੇ ਬਣੇ ਬੈਠੇ ਆਪਾਂ, ਕਿਸੇ ਨੇ ਨਹੀਂ ਸੀ ਸਾਨੂੰ ਜ਼ਮੀਨਾਂ ਦੇਣੀਆਂ। ਅੱਜ ਕਿਸੇ ਕੋ 5 ਖੇਤ, ਕਿਸੇ ਕੋ 20 ਖੇਤ, ਕਿਸੇ ਕੋ 50 ਖੇਤ। ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣ ਹੈ, ਤੁਹਾਨੂੰ ਮਾਲਕ ਬਣਾ ਕੇ ਬਿਠਾਇਆ। ਮੰਗਤੇ ਸੀ ਆਪਾਂ, ਰਾਜਿਆਂ ਦੀਆਂ ਜ਼ਮੀਨਾਂ ਸੀ ਇਹ, ਉਹ ਤੁਹਾਡੇ ਸਾਡੇ ਤੋਂ ਮਜ਼ਦੂਰੀਆਂ ਕਰਾਉਂਦੇ ਸੀ। ਕਹਿੰਦੇ ਨਹੀਂ ਸੀ ਹੁੰਦੇ ਖਾਦਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਵੀ ਭਾਈ ਜਿਹੜਾ ਖਾ ਲਿਆ ਉਹੀ ਆਪਣਾ, ਬਾਕੀ ਤਾਂ ਲੁੱਟ ਕੇ ਲੈ ਜਾਣਾ ਸਾਰਾ ਕੁਝ। ਇਹ ਮਾਲਕ ਬਣਾਉਣ ਵਾਲਾ ਬਾਬਾ ਬੰਦਾ ਸਿੰਘ ਹੈ, ਤੇ ਜਿਹਦੇ ਤੇ ਕਲਗੀਧਰ ਜੀ ਨੇ ਥਾਪੜਾ ਦੇ ਕੇ ਉਹਨੂੰ ਤੋੜਿਆ ਸੀ ਨੰਦੇੜ ਤੋਂ। ਹੁਣ ਜਦੋਂ ਕਲਗੀਧਰ ਪਾਤਸ਼ਾਹ ਜੀ ਚਲੇ ਗਏ, ਸਿਰਫ ਬੇਨਤੀ ਕੀ ਕਰਨੀ ਚਾਹੁੰਦਾ ਹੈ ਕਿ ਜਦੋਂ ਚਮਕੌਰ ਦੀ ਗੜੀ ਮਹਾਰਾਜ ਨੇ ਛੱਡੀ, ਸਿੱਧੇ ਮਾਛੀਵਾੜਾ ਸਾਹਿਬ ਨਹੀਂ ਗਏ। ਸਾਨੂੰ ਜ਼ਿਆਦਾ ਇਹੀ ਪਤਾ ਹੈ ਵੀ ਗੜੀ ਛੱਡੀ ਤੇ ਮਾਛੀਵਾੜਾ ਸਾਹਿਬ ਚਲੇ ਗਏ। ਮਾਛੀਵਾੜਾ ਕਹਿੰਦੇ ਕਿਉਂ ਨੇ? ਕਿਉਂਕਿ ਉਹ ਮੱਛੀਆਂ ਫੜਨ ਵਾਲਿਆਂ ਦੇ ਵਾੜੇ ਸੀ ਉੱਥੇ। ਜਿਵੇਂ ਫੱਗੂ ਦਾ ਵਾੜਾ ਸੀ ਨਾ, ਫਗਵਾੜਾ, ਇਹ ਫੱਗੂ ਦਾ ਵਾੜਾ। ਫੱਗੂ ਇੱਕ ਆਦਮੀ, ਵਾੜਾ ਖਰਬੂਜੇ ਤੇ ਹਦਵਾਣੇ ਬੀਜੇ ਹੁੰਦੇ ਸੀ ਉਹਨੇ। ਉਹ ਫੱਗੂ ਦੇ ਵਾੜੇ ਤੋਂ ਫਗਵਾੜਾ ਬਣਿਆ। ਇਤਿਹਾਸ ਪੜ੍ਹੋ ਕਿਤੇ ਜਾ ਕੇ, ਗੁਰਦੁਆਰਾ ਸੁਖਚੈਨਿਆਣਾ ਸਾਹਿਬ ਪਾਤਸ਼ਾਹ ਦੇ ਜਿੱਥੇ ਚਰਨ ਪਏ ਨੇ, ਫੱਗੂ ਦੇ ਵਾੜੇ ਤੋਂ ਫਗਵਾੜਾ ਕਿਵੇਂ ਬਣਿਆ। ਸਾਡੇ ਤਾਂ ਆਸ-ਪਾਸ ਹੀ ਇੰਨਾ ਇਤਿਹਾਸ ਹੈ, ਸਾਨੂੰ ਬਹੁਤਾ ਪਤਾ ਹੀ ਨਹੀਂ ਆਪਣੇ ਇਤਿਹਾਸ ਦਾ। ਪਿਛਲੇ ਸਾਲ ਦੇ ਦੀਵਾਨ 'ਚ ਜਦੋਂ ਬਾਹਰ ਦੀਵਾਨ ਲੱਗਿਆ ਸੀ, ਤੁਹਾਨੂੰ ਮੈਂ ਚਿਹੜੂ ਬਈ ਦਾ ਇਤਿਹਾਸ ਦੱਸਿਆ ਸੀ।
ਘੱਟ ਸੰਗਤ ਨੂੰ ਚੇਤਾ ਰਹਿ ਗਿਆ ਹੁਣ। ਜਿਹੜਾ ਚਹੇੜੂ ਪੁਲ ਹੈ, ਜਦੋਂ ਉੱਥੋਂ ਲੰਘਦੇ ਹੋ ਪੈਸਾ ਨਹੀਂ ਸਿੱਟਦੇ ਕਈ ਡਰਾਈਵਰ ਜਾਂਦੇ ਜਾਂਦੇ ਥੱਲੇ, ਟੈਕਸੀਆਂ ਵਾਲੇ ਜ਼ਿਆਦਾ। ਉਹ ਜਿਹੜੀ ਜਗ੍ਹਾ ਬਣ ਗਈ ਸੀ, ਕੁਛ ਬਣ ਗਿਆ ਕੁਛ ਸੀ ਤਾਂ ਉਹ ਬਾਬਾ ਭਗਤੂ ਦਾ ਸਥਾਨ, ਜਿਹੜੇ ਗੁਰੂ ਨਾਨਕ ਮਹਾਰਾਜ ਦੇ ਸਮੇਂ ਦੇ ਸਿੱਖ ਪ੍ਰਚਾਰਕ ਹੋਏ ਆ, ਜਿਹੜੇ ਉਸ ਬਈ ਦੇ ਵਿੱਚ, ਜਿਹੜੀ ਚਹੇੜੂ ਵਾਲੀ ਬਈ ਹੈ, ਉਹਦੇ ਚ ਹੜ੍ਹ ਆਉਂਦਾ ਸੀ ਜਦੋਂ 4-4 5-5 ਦਿਨ ਪਾਣੀ ਚੜਿਆ ਰਹਿੰਦਾ ਸੀ ਉਹਨਾਂ ਵੇਲਿਆਂ 'ਚ। ਤੇ ਭਾਈ ਭਗਤੂ ਜੀ ਦਾ ਪਿੰਡ ਸੀ ਮੋਰਾਂ ਵਾਲੀ। ਮੋਰਾਂ ਵਾਲੀ ਉੱਥੇ ਨਹੀਂ ਸੀ ਜਿੱਥੇ ਹੁਣ ਹੈ, ਪਠਲਾਵੇ ਦੇ ਲਾਗੇ ਗੜ੍ਹ ਸ਼ੰਕਰ ਦੇ ਕੋਲ ਬੰਗਿਆਂ ਦੇ ਨੇੜੇ ਮੋਰਾਂ ਵਾਲੀ ਪਿੰਡ ਸੀ, ਜਿੱਥੇ ਤੁਹਾਡਾ ਜਲੰਧਰ ਛਾਉਣੀ ਕੈਂਟ ਹੈ। ਕਿੰਨਿਆਂ ਨੂੰ ਪਤਾ? ਕੀ ਲੈਣਾ? ਆਖੋ ਸਤਨਾਮ। ਆਪਣੇ ਘਰ ਇੱਕੋ ਹੀ ਬਾਬਾ ਹੈਗਾ, ਇੱਕ ਬਟਨ ਨੱਪੋ ਗੁਰਦਾਸ ਮਾਨ ਆ ਜਾਂਦਾ, ਦੂਜਾ ਬਟਨ ਨੱਪੋ ਹਿੰਦੀ ਫਿਲਮ ਚੱਲ ਪੈਂਦੀ। ਅਸੀਂ ਇਤਿਹਾਸ ਗ੍ਰੰਥ ਪੜ੍ਹ ਕੇ ਲੈਣਾ ਕੀ ਹੈ? ਸਾਨੂੰ ਤਾਂ ਸਾਡੇ ਦੁਆਬੇ ਦਾ ਇਤਿਹਾਸ ਨਹੀਂ ਪਤਾ ਬਹੁਤਾ। ਇੱਥੇ ਜਦੋਂ ਜਲੰਧਰ ਛਾਉਣੀ ਅੰਗਰੇਜ਼ਾਂ ਨੇ ਬਣਾਈ, ਕੈਂਟ ਬਣਾਇਆ, ਉਸ ਵੇਲੇ ਤੋਂ ਮੋਰਾਂ ਵਾਲੀ ਨਗਰ ਠਾਲਤਾ ਸੀ, ਅਕਵਾਇਰ ਹੋ ਗਈ ਸੀ ਜ਼ਮੀਨ ਪਿੰਡ ਦੀ, ਤੇ ਪਿੰਡ ਨੂੰ ਜ਼ਮੀਨ ਦਿੱਤੀ ਸੀ ਪਠਲਾਵੇ ਦੇ ਲਾਗੇ ਜਿੱਥੇ ਹੁਣ ਮੋਰਾਂ ਵਾਲੀ ਪਿੰਡ ਹੈ। ਤੇ ਇਸ ਪਿੰਡ ਦੇ ਹੋਏ ਸੀ ਭਾਈ ਭਗਤੂ ਜੀ। ਅੱਜ ਜਾਓ ਮੋਰਾਂ ਵਾਲੀ ਪਿੰਡ 'ਚ ਬਹੁਤ ਵੱਡਾ ਸਥਾਨ ਭਾਈ ਭਗਤੂ ਜੀ ਦਾ ਬਣਿਆ। ਖੈਰ ਮੇਰਾ ਇਹ ਵਿਸ਼ਾ ਨਹੀਂ, ਪਰ ਕੇਵਲ ਬੇਨਤੀ ਕਰਦਾ, ਬਹੁਤ ਇਤਿਹਾਸ ਹੈ ਜਿਹੜਾ ਸਾਨੂੰ ਪਤਾ ਹੀ ਨਹੀਂ। ਹੁਣ ਜਦੋਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੜੀ ਛੱਡੀ ਤੇ ਜਾਂਦਿਆਂ ਜਾਂਦਿਆਂ ਬਹਿਲੋਲਪੁਰ ਪਿੰਡ ਵਿੱਚ ਹੋ ਕੇ ਗਏ। ਬਹਿਲੋਲਪੁਰ ਪਿੰਡ ਜਿੱਥੇ ਮਹਾਰਾਜ ਦਾ ਇੱਕ ਮਸੰਦ ਰਹਿੰਦਾ ਸੀ, ਪੂਰਨ, ਉਹਦਾ ਨਾਮ ਹੈ ਪੂਰਨ ਮਸੰਦ। ਮਸੰਦ ਮਾੜਾ ਸ਼ਬਦ ਨਹੀਂ ਸੀ, ਮਹਾਰਾਜ ਨੇ ਥਾਪੇ ਸੀ, ਪਰ ਉਹਨਾਂ ਦੀਆਂ ਕਰਤੂਤਾਂ ਨੇ ਸ਼ਬਦ ਮਾੜਾ ਬਣਾਤਾ। ਆਖੋ ਸਤਨਾਮ। ਹੁਣ ਪਿੰਡ 'ਚ ਜਿਹੜਾ ਅਤ ਚੁਗਲਖੋਰ ਬੰਦਾ ਹੈ, ਅਤ ਮਾੜਾ ਤੇ ਚੁਗਲੀ ਤੇ ਨਿੰਦਿਆ ਕਰਨ ਵਾਲਾ ਬੰਦਾ ਹੈ, ਲੋਕ ਉਹਨੂੰ ਕਹਿੰਦੇ ਉਹ ਮਸੰਦ ਜਿਹਾ ਤੁਰਿਆ ਜਾਂਦਾ ਹੈ। ਆਖੋ ਸਤਨਾਮ। ਮਸੰਦ ਕੋਈ ਮਾੜਾ ਸ਼ਬਦ ਥੋੜ੍ਹਾ ਸੀ, ਪਰ ਉਹ ਮਸੰਦਾਂ ਦੀਆਂ ਕਰਤੂਤਾਂ ਨੇ ਮਾੜਾ ਬਣਾਤਾ ਸ਼ਬਦ। ਉਹਨਾਂ ਨੂੰ ਮਹਾਰਾਜ ਨੇ ਥਾਪਿਆ ਸੀ ਕਿ ਸੰਗਤ ਕੋਲੋਂ ਦਸਵੰਧ ਦੀ ਮਾਇਆ ਇਕੱਠੀ ਕਰਨੀ ਤੇ ਗੁਰੂ ਘਰ ਲੈ ਕੇ ਜਾਣੀ, ਅੱਗੇ ਲਾਏ ਸੀ। ਤੇ ਪੂਰਨ ਮਸੰਦ ਵੀ ਇਲਾਕੇ ਦੀ ਮਾਇਆ ਇਕੱਠੀ ਕਰਦਾ ਸੀ ਤੇ ਅਨੰਦਪੁਰ ਸਾਹਿਬ ਦੇਣ ਜਾਂਦਾ ਸੀ। ਤੇ ਜਦੋਂ ਵੀ ਜਾਣਾ ਇਹੀ ਬੇਨਤੀ ਕਰਨੀ, ਮਹਾਰਾਜ ਕਿਰਪਾ ਕਰਿਓ ਕਿਤੇ ਮੇਰੇ ਘਰ ਚਰਨ ਪਾਇਓ, ਮੇਰੇ ਪਿੰਡ। ਜਦੋਂ ਇਹ ਬੇਨਤੀ ਕਰਨੀ, ਮਹਾਰਾਜ ਨੇ ਕਹਿਣਾ ਗੁਰੂ ਨਾਨਕ ਮਹਾਰਾਜ ਕਿਰਪਾ ਕਰਨ ਆਵਾਂਗੇ। ਹੁਣ ਅੱਜ ਮਹਾਰਾਜ ਗੜੀ ਛੱਡ ਕੇ ਮਾਛੀਵਾੜੇ ਦੇ ਜੰਗਲਾਂ ਵੱਲ ਜਾ ਰਹੇ ਨੇ। ਰਸਤੇ 'ਚ ਬਹਿਲੋਲਪੁਰ ਪਿੰਡ ਆ ਗਿਆ ਤੇ ਤੁਰਿਆਂ ਜਾਂਦਿਆਂ ਦੇ ਮਹਾਰਾਜ ਦਾ ਬਾਣਾ ਵੀ ਕੰਡਿਆਂ 'ਚ ਝਾੜੀਆਂ 'ਚ ਫਸ ਲੀਰਾਂ ਹੋ ਗਿਆ ਸੀ। ਇਦਾਂ ਦੀ ਅਵਸਥਾ ਬਣ ਗਈ ਕਿ ਚਰਨਾਂ ਦੇ ਥੱਲਿਓਂ ਦੀ ਸੂਲਾਂ ਵੱਜ ਕੇ ਉੱਪਰ ਦੀ ਨਿਕਲੀਆਂ, ਖੂਨ ਨਾਲ ਚਰਨ ਲੱਤ-ਪੱਥ ਨੇ, ਚਰਨ ਸੁੱਜ ਗਏ, ਮਿੱਟੀ ਨਾਲ ਲਿਬੜ ਗਏ। ਖੂਨ ਸੀ, ਮਿੱਟੀ ਸੀ, ਜੰਮ ਗਿਆ। ਤੇ ਜਦੋਂ ਬਹਿਲੋਲਪੁਰ ਪਿੰਡ ਦੀ ਜੂਹ ਵਿੱਚ ਗਏ, ਜਦੋਂ ਬਾਹਰੋਂ ਮਹਾਰਾਜ ਪਿੰਡ 'ਚ ਪ੍ਰਵੇਸ਼ ਕਰਦੇ ਐ, ਤੜਕੇ ਦਾ ਸਮਾਂ ਹੋ ਗਿਆ, ਅੰਮ੍ਰਿਤ ਵੇਲਾ। ਤੇ ਉਸ ਵੇਲੇ ਸੱਚੇ ਪਾਤਸ਼ਾਹ ਜੀ ਨੂੰ ਇੱਕ ਪੰਡਤ ਜੀ ਮਿਲੇ। ਪਿੰਡ ਤੋਂ ਬਾਹਰ ਨੂੰ ਪੰਡਤ ਜੀ ਆ ਰਹੇ ਨੇ, ਮਹਾਰਾਜ ਪਿੰਡ ਦੇ ਅੰਦਰ ਜਾ ਰਹੇ ਨੇ। ਉਹਨਾਂ ਵੇਲਿਆਂ 'ਚ ਪਿੰਡਾਂ ਦੇ ਬਾਹਰ ਖੂਹ ਹੁੰਦੇ ਸੀ ਜਿੱਥੋਂ ਪਾਣੀ ਭਰਿਆ ਜਾਂਦਾ ਸੀ, ਜਾਂ ਟੋਭੇ ਹੁੰਦੇ ਸੀ। ਛੱਪੜ ਤਾਂ ਹੁਣ ਬਣ ਗਏ, ਉਹਨਾਂ ਵੇਲਿਆਂ 'ਚ ਛੱਪੜ ਨਹੀਂ ਸੀ ਹੁੰਦੇ। ਇਹ ਸਾਫ਼ ਪਾਣੀ ਦੇ ਟੋਭੇ ਹੁੰਦੇ ਸੀ। ਉੱਥੇ ਹੀ ਬੀਬੀਆਂ ਨੇ ਬਸਤਰ ਧੋਣੇ, ਉੱਥੇ ਹੀ ਬੀਬੀਆਂ ਨੇ ਜਾਂ ਵੀਰਾਂ ਨੇ ਇਸ਼ਨਾਨ ਕਰਨਾ।
ਤੇ ਜਦੋਂ ਉਹ ਪੰਡਤ ਜੀ ਵੀ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਲਈ ਖੂਹ ਤੋਂ ਪਾਣੀ ਲੈਣ ਜਾ ਰਿਹਾ ਤੇ ਉਸ ਵੇਲੇ ਸਤਿਗੁਰੂ ਜੀ ਕੋਲ ਦੀ ਲੰਘਣ ਲੱਗੇ ਤੇ ਮਹਾਰਾਜ ਨੇ ਜਦੋਂ ਕੋਲ ਦੀ ਉਹ ਪੰਡਤ ਜੀ ਲੰਘੇ ਨਾ, ਪੰਡਤ ਜੀ ਜਪਦੇ ਨੇ ਰਾਮ 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 ਜਪਦੇ ਕੋਲ ਦੀ ਲੰਘੇ। ਮਹਾਰਾਜ ਨੇ ਆਵਾਜ਼ ਮਾਰੀ, ਕਹਿੰਦੇ ਰਾਮ ਦਿਆ ਭਗਤਾ ਗੱਲ ਸੁਣ, ਰਾਮ ਦਿਆ ਭਗਤਾ ਗੱਲ ਸੁਣ। ਸਾਨੂੰ ਤਾਂ ਅੱਜ ਗੁਰੂ ਨਾਨਕ ਮਹਾਰਾਜ ਦੀ ਸਟੇਜ ਤੋਂ ਜੇ ਰਾਮ ਦਾ ਨਾਮ ਲੈ ਲਓ ਤੇ ਅਲਰਜੀ ਬਹੁਤ ਹੁੰਦੀ ਹੈ, ਕ੍ਰਿਸ਼ਨ ਜੀ ਦਾ ਨਾਮ ਲੈ ਲਓ ਤਾਂ ਅਸੀਂ ਕਹਿਣ ਲੱਗ ਜਾਂਦੇ, ਪਰ ਮਹਾਰਾਜ ਕਹਿੰਦੇ ਰਾਮ ਦੇ ਭਗਤਾ ਗੱਲ ਸੁਣ। ਪੰਡਤ ਜੀ ਕੋਲ ਆਏ, ਲੰਘਦੇ ਲੰਘਦੇ ਹੱਥ 'ਚ ਲਾਲਟੈਨ ਤੇ ਉਹ ਜਿਹੜੀ ਲਾਲਟੈਨ ਹੈ ਮਹਾਰਾਜ ਦੇ ਚਿਹਰੇ ਦੇ ਲਾਗੇ ਕੀਤੀ। ਕਹਿੰਦਾ ਜੀ ਕੌਣ ਹੋ ਤੁਸੀਂ? ਕਿੱਥੇ ਮਹਾਰਾਜ ਦੀ ਠਾਠ ਬਾਠ, 1.25 ਲੱਖ ਦੀ ਕਲਗੀ, ਹੱਥ ਤੇ ਬਾਜ, ਪੈਰਾਂ 'ਚ ਮਖਮਲ ਦਾ ਜੋੜਾ ਤੇ ਸਵਾਰੀ ਵਾਸਤੇ ਨੀਲਾ ਘੋੜਾ। ਅੱਜ ਕੁਝ ਵੀ ਨਹੀਂ, ਕੱਪੜੇ ਵੀ ਲੀਰਾਂ ਹੋਏ ਨੇ। ਕਹਿੰਦੇ ਜੀ ਕੌਣ ਹੋ ਤੁਸੀਂ? ਮਹਾਰਾਜ ਕਹਿੰਦੇ ਮੈਂ ਗੁਰੂ ਨਾਨਕ ਦੇ ਘਰ ਦਾ ਸਿੱਖ ਹਾਂ। ਇਹ ਨਹੀਂ ਕਿ ਮੈਂ ਗੋਬਿੰਦ ਸਿੰਘ, ਮੈਂ ਗੁਰੂ। ਮਹਾਰਾਜ ਕਹਿੰਦੇ ਮੈਂ ਗੁਰੂ ਨਾਨਕ ਦੇ ਘਰ ਦਾ ਸਿੱਖ, ਹੁਕਮ ਕਰੋ ਜੀ। ਕਹਿੰਦੇ ਪੂਰਨ ਮਸੰਦ ਦਾ ਪਿੰਡ ਇਹੀ ਹੈ? ਕਹਿੰਦੇ ਇਹੀ ਹੈ। ਕਹਿੰਦੇ ਮੈਨੂੰ ਉਹਦੇ ਘਰ ਤੱਕ ਛੱਡ ਦਿਓ। ਤੇ ਪੰਡਤ ਜੀ ਨੂੰ ਪਤਾ ਸੀ ਵੀ ਪੂਰਨ ਮਸੰਦ ਆਨੰਦਪੁਰ ਵਾਲੇ ਗੁਰੂ ਦਾ ਸੇਵਾਦਾਰ ਹੈ, ਇਹਦੇ ਕੋਲ ਸਿੱਖਾਂ ਦਾ ਆਉਣ ਜਾਣ ਲੱਗਾ ਹੀ ਰਹਿੰਦਾ ਹੈ। ਉਹ ਮੋਰੇ ਮੋਰੇ ਤੁਰ ਪਿਆ, ਮਹਾਰਾਜ ਮਗਰ ਮਗਰ ਜਾ ਰਿਹਾ। ਜਾ ਕੇ ਹਵੇਲੀ ਦਾ ਦਰਵਾਜ਼ਾ ਖੜਕਾਇਆ। ਪੂਰਨ ਮਸੰਦ ਦਾ ਨੌਕਰ ਸੀ ਭਾਈ ਜਿਉਣਾ। ਬੇਨਤੀ ਨੂੰ, ਇਤਿਹਾਸ ਨੂੰ ਯਾਦ ਰੱਖਿਆ ਕਰੋ। ਅਸਿਆਲ ਆ ਜਾਣਾ, ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਗੋਦੀ 'ਚ ਤੇ ਉਹਨਾਂ ਨੂੰ ਸਾਖੀਆਂ ਸੁਣਾਇਆ ਕਰੋ। ਜਦੋਂ ਕਿਹਾ ਨਾ, ਦਰਵਾਜ਼ਾ ਖੜਕਾਇਆ, ਭਾਈ ਜਿਉਣਾ ਨੌਕਰ ਸੀ ਪੂਰਨ ਮਸੰਦ ਦਾ, ਉਹਨ ਆ ਕੇ ਦਰਵਾਜ਼ਾ ਖੋਲਿਆ। ਥੋੜਾ ਜਿਹਾ ਬੱਚਿਆਂ ਤੇ ਕੰਟਰੋਲ ਕਰਾ ਲਓ, ਉੱਠ ਕੇ ਜਾਓ ਇੱਕ ਜਾਣਾ ਬਾਹਰ ਨੂੰ, ਕਿਉਂ ਮਾੜਾ ਜਿਹਾ ਕੰਟਰੋਲ ਕਰਾ ਲਓ। ਕਹਿਣਾ ਹੁੰਦਾ ਕੁਝ ਨਹੀਂ ਹੈ, ਬੇਨਤੀ ਕਰ ਦਿਓ ਕਿ ਥੋੜਾ ਜਿਹਾ ਚੁੱਪ ਕਰ ਜਾਣਾ। ਹੁਣ ਜਦੋਂ ਬੇਨਤੀ ਕੀਤੀ, ਜਿਉਣੇ ਨੇ ਦਰਵਾਜ਼ਾ ਖੋਲਿਆ। ਪੰਡਤ ਜੀ ਕਹਿੰਦੇ ਐ, ਕਹਿੰਦੇ ਕੋਈ ਸਿੱਖ ਮਿਲਣ ਵਾਸਤੇ ਆਇਆ। ਪੰਡਤ ਕਹਿ ਕੇ ਮੁੜ ਗਏ। ਪੰਡਤ ਜੀ ਵਾਪਸ ਚਲ ਗਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਦਰਵਾਜ਼ੇ 'ਚ ਖੜੇ ਐ, ਜਿਉਣਾ ਕਦੇ ਮਿਲਿਆ ਨਹੀਂ ਸੀ, ਉਹਨੂੰ ਪੂਰਨ ਮਸੰਦ ਹੀ ਦੱਸਦਾ ਹੁੰਦਾ ਸੀ। ਮਹਾਰਾਜ ਦੀ ਇੰਨੀ ਕੀਮਤੀ ਕਲਗੀ ਹੈ, ਮਹਾਰਾਜ ਦੀ ਨੀਲੇ ਘੋੜੇ ਦੀ ਸਵਾਰੀ ਹੈ, ਮਹਾਰਾਜ ਦੇ ਹੱਥ ਤੇ ਬਾਜ ਹੈ, ਰਾਜਿਆਂ ਨਾਲੋਂ ਵੱਧ ਠਾਠ ਹੈ। ਹੁਣ ਉਹਦੇ ਦਿਮਾਗ 'ਚ ਤੇ ਨਕਸ਼ਾ ਉਹੀ ਹੈ। ਤੇ ਜਦੋਂ ਮਹਾਰਾਜ ਵੱਲ ਵੇਖਿਆ, ਜਿਹੜੇ ਆਏ ਹੈ, ਪਤਾ ਹੀ ਨਹੀਂ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਹੈ। ਕਹਿੰਦੇ ਜੀ ਆਇਆਂ ਨੂੰ, ਅੰਦਰ ਆਓ। ਮਹਾਰਾਜ ਅੰਦਰ ਗਏ। ਪੂਰਨ ਮਸੰਦ ਦੀ ਪਸ਼ੂਆਂ ਦੇ ਬਾੜੇ 'ਚ ਇੱਕ ਮੰਜੀ ਹੈ, ਜਿੱਥੇ ਆਰਾਮ ਕਰਦਾ। ਉਹਦਾ ਬਿਸਤਰਾ, ਉਹਦਾ ਮੰਜਾ। ਕਹਿੰਦਾ ਜੀ ਬਹਿ ਜਾਓ। ਮਹਾਰਾਜ ਨੇ ਬਿਨਾਂ ਦੇਰੀ ਕੀਤੇ ਉਸ ਪੂਰਨ ਮਸੰਦ ਦੇ ਨੌਕਰ ਜਿਉਣੇ ਦੇ ਮੰਜੇ ਤੇ ਆਸਣ ਲਾ ਲਿਆ। ਇਹ ਕਲਗੀਧਰ ਜੀ ਦੀ ਗੱਲ ਸੁਣ ਰਹੇ ਹੋ। ਅੱਜ ਦੇ ਟਾਈਮ 'ਚ ਮੇਰੇ ਲਾਣੇ ਦਾ ਕੰਮ ਦੇਖ ਲਓ। ਉਹ ਉੱਥੇ ਜਾਊਗਾ ਜਿੱਥੇ ਚਿੱਟੀਆਂ ਚਾਦਰਾਂ ਵਿਛੀਆਂ ਹੋਣ। ਉਹ ਉਦੋਂ ਕਿਸੇ ਦੇ ਘਰ ਜਾਊਗਾ ਜਦੋਂ ਜੁੱਤੀ ਚੱਕਣ ਵਾਲੇ 4-5 ਅੱਗੇ ਪਿੱਛੇ ਫਿਰਦੇ ਹੋਣ। ਸਾਡੇ ਕੋਲ ਤੁਰਿਆ ਹੀ ਨਹੀਂ ਜਾਂਦਾ, 2 ਜਣੇ ਸਿੰਟ ਲੈ ਕੇ ਤੁਰੇ ਜਾਂਦੇ ਨੇ ਨਾਲ। ਕਲਗੀਧਰ 10ਵਾਂ ਪਾਤਸ਼ਾਹ ਨੌਕਰ ਦੇ ਮੰਜੇ ਤੇ ਬਿਨਾਂ ਗੱਲ ਕੋਈ ਕੀਤਿਆਂ ਬਹਿ ਗਏ। ਕਿਹਾ ਹੀ ਨਹੀਂ ਵੀ ਨਵਾਂ ਬਿਸਤਰਾ ਵਿਛਾ ਭਾਈ, ਚੰਗੀ ਚਾਦਰ ਵਿਛਾ ਭਾਈ, ਮੈਂ ਗੁਰੂ ਆ। ਬਹਿ ਗਏ ਬਸ। ਇੱਕ ਇਤਿਹਾਸ ਹੁੰਦਾ ਨਾ,
ਕਲਗੀਧਰ ਪਾਤਸ਼ਾਹ ਦੇ ਘੋੜਿਆਂ ਦੀ ਸੇਵਾ ਕਰਦਾ ਸੀ ਇੱਕ ਸਿੱਖ। ਉਹਨੇ ਜਦੋਂ ਲਿੱਦ ਚੱਕਣੀ ਨਾ ਸਿਰ ਤੇ, ਸਫਾਈ ਕਰਨੀ ਘੋੜਿਆਂ ਦੀ। ਆਪਾਂ ਸਾਰਿਆਂ ਨੇ ਪਸ਼ੂ ਡੰਗਰ ਰੱਖੇ ਹੋਏ ਨੇ, ਜਦੋਂ ਤੁਸੀਂ ਪੱਠੇ ਪਾਓਗੇ ਨਾ, ਗੋਹਾ ਕੂੜਾ ਕਰੋਗੇ, ਪੰਜਾਬੀ 'ਚ ਸ਼ਬਦ ਵਰਤ ਲੈਣਾ, ਤੇ ਸਾਡੇ ਕੋਲੋਂ ਉਹ ਮਲ ਮੂਤਰ ਦੀ ਬਦਬੂ ਆਉਣ ਲੱਗ ਜਾਂਦੀ ਕੁਦਰਤੀ। ਤੇ ਜਦੋਂ ਸੱਚੇ ਪਾਤਸ਼ਾਹ ਜੀ ਦਾ ਉਹ ਸਿੱਖ ਘੋੜਿਆਂ ਨੂੰ ਸੰਭਾਲਦਾ ਸੀ, ਘੋੜਿਆਂ ਨੂੰ ਸੰਭਾਲਦਾ ਸੀ, ਮਲ ਮੂਤਰ ਸਾਫ਼ ਕਰਨਾ, ਲਿੱਦ ਚੱਕਣੀ, ਤੇ ਜਦੋਂ ਕਿਤੇ ਕਲਗੀਧਰ ਜੀ ਨੇ ਤਬੇਲੇ 'ਚ ਗੇੜਾ ਲਾਉਣ ਜਾਣਾ ਨਾ, ਮਹਾਰਾਜ ਨੇ ਉਹ ਸਿੱਖ ਨੂੰ ਆਪਣੇ ਗਲ ਨਾਲ ਲਾ ਲੈਣਾ, ਗਲ ਬੱਕੜੀ 'ਚ ਲੈ ਲੈਣਾ, ਤੇ ਜਿਹੜੇ ਵਧੀਆ ਕੱਪੜਿਆਂ ਵਾਲੇ ਨਾਲ ਚੌਰ ਕਰਨ ਵਾਲੇ, ਪੱਖਾ ਝੱਲਣ ਵਾਲੇ, ਉਹਨਾਂ ਨੇ ਕਹਿਣਾ ਮਹਾਰਾਜ ਇਹਦੇ ਕੱਪੜਿਆਂ 'ਚੋਂ ਬਦਬੂ ਆਉਂਦੀ ਆ, ਤੁਸੀਂ ਗਲ ਨਾਲ ਲਾ ਲੈਂਦੇ ਹੋ। ਮਹਾਰਾਜ ਨੇ ਕਹਿਣਾ ਕੱਪੜਿਆਂ 'ਚੋਂ ਆਉਂਦੀ ਹੋਊ, ਮਨ 'ਚੋਂ ਨਹੀਂ ਆਉਂਦੀ। ਨੋਟ ਕਰਿਓ ਗੱਲ, ਕੱਪੜਿਆਂ 'ਚੋਂ ਬੋ ਆਉਂਦੀ ਹੋਊ, ਮਨ 'ਚੋਂ ਨਹੀਂ ਆਉਂਦੀ। ਹੁਣ ਜੂ ਡਰਨਾ, ਹੁਣ ਕੱਪੜਿਆਂ ਤੇ ਤਾਂ ਸੈਂਟ ਦਾ ਮੈਂ ਕਿਹਾ ਮਨ ਈਰਖਾ ਦੀ ਬੋ ਮਾਰਦੇ। ਹੁਣ ਬਿਲਕੁਲ ਉਲਟ, ਅੱਜ ਬਾਹਰੀ ਬਾਣਾ ਤੇ ਬਹੁਤ ਮਹਿਕ ਮਾਰਦਾ ਸਾਡਾ, ਪਰ ਅੱਜ ਅੰਦਰ ਈਰਖਾ, ਚੁਗਲੀ, ਨਿੰਦਿਆ, ਇਹ ਬੋ ਮਾਰਦੀ ਹੈ ਅੰਦਰ। ਮਹਾਰਾਜ ਨੇ ਕੱਪੜੇ ਮੁੱਖ ਨਹੀਂ ਰੱਖੇ, ਮਹਾਰਾਜ ਨੇ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ। ਕਹਿੰਦੇ ਕੱਪੜਿਆਂ ਦੀ ਤਾਂ ਗੱਲ ਹੀ ਨਹੀਂ ਹੈ, ਗੱਲ ਤੇ ਮਨ ਸਾਚਾ, ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਗੱਲ ਤੇ ਮਨ ਦੀ। ਹੁਣ ਜਿਉਣੇ ਦੇ ਉਸ ਟੁੱਟੇ ਜਿਹੇ ਮੰਜੇ ਤੇ ਬਹਿ ਗਏ, ਜਦੋਂ ਮੰਜੇ ਤੇ ਬਿਰਾਜਮਾਨ ਹੋ ਗਏ, ਮਹਾਰਾਜ ਕਹਿੰਦੇ ਤੇਰਾ ਮਾਲਕ ਕਿੱਥੇ ਹੈ? ਮੈਂ ਗੱਲ ਬਹੁਤੀ ਲੰਬੀ ਨਾ ਕਰਾਂ, ਤੇਰਾ ਮਾਲਕ ਕਿੱਥੇ ਹੈ? ਕਹਿੰਦੇ ਜੀ ਆਰਾਮ ਕਰਦੇ, ਉੱਪਰ ਥੱਲੇ ਪਸ਼ੂਆਂ ਦਾ ਤਬੇਲਾ, ਉੱਪਰ ਹਵੇਲੀ, ਆਰਾਮ ਕਰਦੇ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਹੋ ਗਿਆ, ਨਿਤਨੇਮ ਨਹੀਂ ਕਰਦਾ ਹੁੰਦਾ? ਵੀ ਸਿੱਖ ਹੈ ਉਹ, ਮਸੰਦ ਹੈ? ਕਹਿੰਦੇ ਨਾ ਜੀ, ਉਹ ਤਾਂ ਦਿਨ ਚੜੇ ਉੱਠਦੇ। ਉਹ ਮਸੰਦ ਕਿੱਦਾਂ ਦਾ ਸੀ? ਜਿੰਨੀ ਮਾਇਆ ਇਕੱਠੀ ਹੋਣੀ, ਅੱਧੀ ਗੁਰੂ ਸਾਹਿਬ ਦੇ ਚਰਨਾਂ 'ਚ ਪਹੁੰਚਾਉਣੀ, ਅੱਧੀ ਆਪ ਪਹੁੰਚਾ ਜਾਂਦਾ ਸੀ। ਬੇਈਮਾਨ ਸੀ, ਪਿਆਰ ਨਹੀਂ ਸੀ, ਅੱਧੀ ਆਪ ਪਹੁੰਚਾ ਜਾਂਦਾ ਸੀ। ਆਪਣੀ ਜ਼ਮੀਨ ਬਣਾਈ, ਆਪਣੀ ਹਵੇਲੀ ਬਣਾਈ, ਆਪਣੀ ਕੋਠੀ ਬਣਾਈ, ਆਪਣੇ ਕਾਰੋਬਾਰ ਸੈੱਟ ਕੀਤੇ, ਤੇ ਗੁਰੂ ਦੇ ਪੈਸੇ ਨਾਲ ਜਿਹੜੀ ਸੰਗਤ ਦੀ ਦਸਵੰਧ ਦੀ ਮਾਇਆ ਕੋਲ ਰੱਖ ਲੈਣੀ, ਪੂਰੀ ਪਹੁੰਚਾਉਣੀ ਨੂੰ। ਹੁਣ ਜਦੋਂ ਕਿਹਾ ਉਹਨੂੰ ਠਾਲ, ਕਹਿੰਦੇ ਜੀ ਇਦਾਂ ਉਹਨੇ ਉੱਠਣਾ ਨਹੀਂ, ਉਲਟਾ ਮੇਰੇ ਤੇ ਗੁੱਸਾ ਕਰੂ। ਕਹਿੰਦੇ ਨਹੀਂ, ਸਾਡੇ ਕੋਲ ਇੰਨਾ ਸਮਾਂ ਨਹੀਂ, ਉਹਨੂੰ ਕਹੇ ਜਲਦੀ ਥੱਲੇ ਆਵੇ। ਮਹਾਰਾਜ ਨੂੰ ਫਿਰ ਕਿਹਾ ਜੂਣੇ ਨੇ, ਕਹਿੰਦਾ ਜੀ ਕੀ ਆਖਾਂ ਜਾ ਕੇ ਕੌਣ ਆਇਆ? ਇਦਾਂ ਤਾਂ ਉੱਠਣਾ ਨਹੀਂ, ਦੱਸਣਾ ਪਊਗਾ। ਕੀ ਦੱਸਾਂ ਕੌਣ ਆਇਆ? ਕਲਗੀਧਰ ਜੀ ਕਹਿੰਦੇ ਜਾ ਕੇ ਕਹਿ ਆਨੰਦਪੁਰ ਵਾਲਾ ਗੁਰੂ ਆਇਆ, ਆਖੋ ਸਤਨਾਮ ਵਾਹਿਗੁਰੂ ਜੀ, ਕਹਿ ਜਾ। ਜਦੋਂ ਸੁਣਿਆ ਆਨੰਦਪੁਰ ਸਾਹਿਬ ਵਾਲੇ ਗੁਰੂ, ਇੱਥੇ ਤਾਂ ਨਕਸ਼ਾ ਕੁਝ ਹੋਰ ਸੀ, ਵੀ ਇੰਨੀ ਮਹਿੰਗੀ ਕਲਗੀ ਲਾਉਂਦੇ ਆ 1.25 ਲੱਖ ਦੀ, ਇੰਨਾ ਮਹਿੰਗਾ ਬਾਣਾ, ਨੀਲੇ ਦੀ ਸਵਾਰੀ, ਹੱਥ ਤੇ ਬਾਜ, ਪਰ ਅੱਜ ਤੇ ਜਾਮਾਂ ਵੀ ਲੀਰੋ ਲੀਰ ਹੈ। ਅੱਜ ਪੈਰਾਂ ਦੇ ਥੱਲਿਓਂ ਦੀ ਸੂਲਾਂ ਵੱਜ ਕੇ ਉੱਪਰ ਦੀ ਨਿਕਲੀਆਂ ਨੇ, ਚਰਨ ਸੁੱਜੇ ਹੋਏ ਨੇ, ਅੱਖਾਂ ਚੋਂ ਨੀਰ ਵਗਿਆ। ਅੱਗ ਬਾੜੀ, ਮਹਾਰਾਜ ਦੇ ਲਾਗੇ ਜਦੋਂ ਅੱਗ ਬਾੜੀ, ਜਲ ਗਰਮ ਕੀਤਾ, ਜਲ ਗਰਮ ਕਰਕੇ ਪਾਤਸ਼ਾਹ ਦੇ ਚਰਨ ਧੋਤੇ, ਇੱਕ ਇੱਕ ਕਰਕੇ ਸੂਲਾਂ ਕੱਢੀਆਂ, ਨਾਲੇ ਚਰਨ ਧੋਈ ਜਾਂਦਾ,
ਨਾਲੇ ਅੱਖਾਂ ਚੋਂ ਹੰਝੂ ਕੇਰੀ ਜਾਂਦਾ। ਮਹਾਰਾਜ ਕਹਿੰਦੇ ਰੋਣ ਦਾ ਸਮਾਂ ਨਹੀਂ ਹੈ, ਜਿਉਣਿਆ ਅਸੀਂ ਛੇਤੀ ਜਾਣਾ ਹੈ। ਜਾਂ ਮਾਲਕ ਨੂੰ ਬੁਲਾ ਕੇ ਲਿਆ। ਜਿਉਣਾ ਭੱਜਿਆ ਹੀ ਉੱਪਰ ਜਾਂਦਾ ਮਾਲਕ ਕੋਲ, ਬੜੀ ਛੇਤੀ ਨਾਲ ਦਰਵਾਜ਼ਾ ਖੜਕਾਉਂਦਾ ਹੈ। ਅੰਦਰੋਂ ਪੂਰਨ ਮਸੰਦ ਬਾਹਰ ਨਿਕਲਦਾ ਸਹਿਜ ਨਾਲ। ਕਿਉਂ ਰੌਲਾ ਪਾਇਆ? ਕਹਿੰਦਾ ਜੀ ਛੇਤੀ ਥੱਲੇ ਚੱਲੋ। ਕੀ ਗੱਲ? ਕਹਿੰਦੇ ਜਿਹਨੂੰ ਹਮੇਸ਼ਾ ਉਡੀਕਦੇ ਸੀ ਅੱਜ ਤੁਹਾਡੇ ਘਰ ਆਏ। ਕੌਣ ਆਇਆ? ਕਹਿੰਦੇ ਅਨੰਦਪੁਰ ਵਾਲੇ ਗੁਰੂ ਸਾਹਿਬ ਆਏ। ਕਹਿੰਦੇ ਇੱਕ ਕਦਮ ਤੁਰਿਆ, ਰੁਕ ਗਿਆ, ਕਿਉਂਕਿ ਪਤਾ ਸੀ ਵੀ ਪਿੱਛੇ ਫੌਜਾਂ ਨੇ, ਪੁੱਤਰ ਸ਼ਹੀਦ ਹੋ ਗਏ ਨੇ। ਕਹਿੰਦੇ ਕੌਣ ਕੌਣ ਹੈ? ਕਹਿੰਦੇ ਜੀ ਇਕੱਲੇ ਹੀ ਨੇ, ਜਾਮਾ ਵੀ ਪੱਟਾ ਹੈ, ਪੈਰਾਂ 'ਚ ਸੂਲਾਂ, ਹੱਥ 'ਚ ਇੱਕ ਸ਼੍ਰੀ ਸਾਹਿਬ ਹੈ, ਉਹ ਵੀ ਬਿਨਾਂ ਮਿਆਨ ਤੋਂ। ਜਦੋਂ ਤੁਰਨ ਲੱਗਾ ਰੁਕ ਗਿਆ। ਕਹਿੰਦਾ ਕੀ ਕਹਿੰਦੇ ਸੀ? ਜਿਉਣਾ ਕਹਿੰਦਾ ਪੁੱਛਦੇ ਸੀ ਵੀ ਤੇਰਾ ਮਾਲਕ ਕਿੱਥੇ ਹੈ? ਕਹਿੰਦੇ ਤੂੰ ਕੀ ਕਿਹਾ? ਕਹਿੰਦੇ ਮੈਂ ਕਿਹਾ ਜੀ ਆਰਾਮ ਕਰਦੇ। ਪੂਰਨ ਮਸੰਦ ਕਹਿੰਦਾ ਮੂਰਖਾ ਏਦਾਂ ਨਹੀਂ ਸੀ ਕਹਿਣਾ, ਤੂੰ ਕਹਿਣਾ ਸੀ ਮੇਰਾ ਮਾਲਕ ਘਰੇ ਹੀ ਹੈ ਨਹੀਂ, ਮੇਰਾ ਮਾਲਕ ਘਰ ਹੀ ਹੈ ਨਹੀਂ, ਉਹਨਾਂ ਮਗਰ ਫੌਜਾਂ ਪਈਆਂ ਨੇ, ਜੇ ਪਤਾ ਲੱਗ ਗਿਆ ਸਾਡੇ ਘਰ ਆਏ ਨੇ ਆਪਾਂ ਨੂੰ ਵੀ ਮਾਰ ਦੇਣਗੇ। ਚੱਲ ਜੇ ਹੁਣ ਤੂੰ ਦੱਸ ਹੀ ਦਿੱਤਾ ਨਾ ਵੀ ਉਹ ਘਰ ਹੀ ਹੈ, ਜਾਂ ਮੇਰਾ ਸੁਨੇਹਾ ਦੇ ਦੇ ਜਾ ਕੇ ਵੀ ਮੇਰਾ ਮਾਲਕ ਕਹਿੰਦਾ ਹੈ ਸਾਨੂੰ ਤੁਹਾਡੇ ਦਰਸ਼ਨਾਂ ਦੀ ਲੋੜ ਨਹੀਂ, ਸਾਨੂੰ ਤੁਹਾਡੇ ਦਰਸ਼ਨਾਂ ਦੀ ਲੋੜ ਨਹੀਂ। ਜੇ ਅਸੀਂ ਦਰਸ਼ਨ ਕਰਨੇ ਹੋਣਗੇ ਚੱਲ ਕੇ ਆਨੰਦਪੁਰ ਆ ਜਾਾਂਗੇ, ਹੁਣ ਸਾਡੇ ਘਰੋਂ ਚਲੇ ਜਾਓ। ਆਖੋ ਸਤਨਾਮ ਵਾਹਿਗੁਰੂ ਜੀ। ਚਲੇ ਜਾਓ ਕਹਿ ਕੇ ਦਰਵਾਜ਼ਾ ਬੰਦ ਕਰ ਲਿਆ। ਹੁਣ ਜਿਉਣਾ ਸੋਚਦਾ ਹੈ ਵੀ ਇਹ ਤਾਂ ਸਿਫਤਾਂ ਹੀ ਬਹੁਤ ਕਰਦਾ ਸੀ, ਪਰ ਅੱਜ ਪਤਾ ਲੱਗਿਆ ਵੀ ਮੂੰਹ ਤੋਂ ਕੁਛ ਹੈ ਤੇ ਅੰਦਰੋਂ ਕੁਛ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ। ਜਦੋਂ ਮੂੰਹ ਨੀਵਾਂ ਹੋ ਗਿਆ ਤੇ ਹੌਲੀ ਹੌਲੀ ਮਹਾਰਾਜ ਦੇ ਕੋਲ ਆ ਗਿਆ, ਪੌੜੀਆਂ ਉਤਰ ਕੇ ਆ ਕੇ ਬੋਲਣ ਲੱਗਾ ਨਾ ਹੌਂਕਾ ਜਿਹਾ ਭਰ ਕੇ। ਮਹਾਰਾਜ ਕਹਿੰਦੇ ਜਿਉਣਿਆਂ ਬੋਲਣ ਦੀ ਲੋੜ ਨਹੀਂ, ਰਾਤ ਅੰਮ੍ਰਿਤ ਵੇਲਾ ਟਿਕਿਆ ਹੋਇਆ, ਤੇਰੇ ਮਾਲਕ ਦੀਆਂ ਅਸੀਂ ਸਾਰੀਆਂ ਗੱਲਾਂ ਸੁਣ ਲਈਆਂ, ਅਸੀਂ ਚੱਲੇ ਆਂ, ਪਰ ਜਦੋਂ ਦਿਨ ਚੜੇ ਤੇਰਾ ਮਾਲਕ ਉੱਠੇਗਾ ਸਾਡਾ ਇੱਕ ਸੁਨੇਹਾ ਦੇ ਦੀ। ਸੁਨੇਹਾ ਕੀ ਦੇਣਾ ਹੈ? ਵੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੀ ਜੀਂਦਾ ਵਸਦਾ ਰਹਿ। ਆਖੋ ਸਤਨਾਮ ਵਾਹਿਗੁਰੂ ਜੀ। ਮੇਰਾ ਸੁਨੇਹਾ ਦੇ ਦੀ ਵੀ ਜੀਂਦਾ ਵਸਦਾ ਰਹਿ। ਮਹਾਰਾਜ ਤੁਰਨ ਲੱਗੇ, ਜਿਉਣਾ ਚਰਨਾਂ ਤੇ ਸਿਰ ਰੱਖ ਕੇ ਰੋਇਆ, ਤੇ ਆਵਾਜ਼ ਪਤਾ ਕੀ ਦਿੰਦਾ ਕਿ ਪਾਤਸ਼ਾਹ ਅੱਜ ਤੱਕ ਡੰਗਰਾਂ 'ਚ ਸੌਂ ਕੇ ਗੁਜ਼ਾਰਾ ਕਰ ਲਿਆ, ਅੱਜ ਤੱਕ ਮੈਲੇ ਕੁਚੈਲੇ ਵਸਤਰਾਂ 'ਚ ਗੁਜ਼ਾਰਾ ਕਰ ਲਿਆ, ਦਿਹਾੜੀਆਂ ਕਰਕੇ ਗੁਜ਼ਾਰਾ ਕਰ ਲਿਆ, ਮੈਂ ਕਦੇ ਰੱਬ ਨੂੰ ਉਲੰਭਾ ਨਹੀਂ ਦਿੱਤਾ, ਪਰ ਅੱਜ ਜ਼ਰੂਰ ਦੇਵਾਂਗਾ ਕਿ ਜੇ ਉਹ ਪ੍ਰਮਾਤਮਾ ਮੈਨੂੰ ਕਾਹਨਿਆਂ ਦੀ ਛੱਪਰੀ ਵੀ ਦੇ ਦਿੰਦਾ, ਮੈਂ ਤੈਨੂੰ ਆਪਣੇ ਘਰ ਲੈ ਜਾਂਦਾ, ਮੈਂ ਤੁਹਾਨੂੰ ਆਪਣੇ ਘਰ ਲੈ ਜਾਂਦਾ। ਮਹਾਰਾਜ ਨੇ ਚੱਕ ਕੇ ਛਾਤੀ ਨਾਲ ਲਾ ਲਈ। ਮਹਾਰਾਜ ਕਹਿੰਦੇ ਜਿਉਣਿਆ ਤੇਰੀ ਸੇਵਾ ਪ੍ਰਵਾਨ ਹੈ, ਰੱਬ ਦੀ ਕੀਤੀ ਦੇ ਸ਼ਰੀਕ ਨਹੀਂ ਬਣੀਦਾ। ਆਖੋ ਸਤਨਾਮ ਵਾਹਿਗੁਰੂ ਜੀ। ਇਹ ਉਹਦੀ ਮਰਜ਼ੀ ਹੈ, ਜੇ ਤੈਨੂੰ ਘਰ ਨਹੀਂ ਦਿੱਤਾ। ਮੇਰੇ ਵੱਲ ਵੇਖ, 1.25 ਲੱਖ ਦੀ ਕਲਗੀ, 1.25 ਲੱਖ ਦਾ ਚੰਦੋਆ ਸਾਹਿਬ, 2.5 ਲੱਖ ਦਾ ਆਨੰਦਪੁਰ ਸਾਹਿਬ, 1.25 ਲੱਖ ਦੀ ਚੰਦਨ ਦੀ ਚੌਂਕੀ ਜਿੱਤੇ ਮੈਂ ਪੈਰ ਰੱਖਦਾ ਸੀ, 1.25 ਲੱਖ ਦੀ ਨੀਲੇ ਘੋੜੇ ਦੀ ਕਾਠੀ, 1.25 ਲੱਖ ਦਾ ਚਿੱਟੇ ਰੰਗ ਦਾ ਹਾਥੀ, 1.25 ਲੱਖ ਦਾ ਕੌਲ ਜਿਹ 'ਚ ਮੈਂ ਜਲ ਪਾਣੀ ਛਕਦਾ ਸੀ। ਅੱਜ ਕੋਲ ਕੁਛ ਵੀ ਨਹੀਂ।
जे वो सी ओदी मर्जी सी, जे अज नहीं ओदी मर्जी है। आखो सतनाम। जे सुख देता तुझे अराधी, दुख भी तुझे ते आई। जे दुख देता इत ही राजा, दुख विच सुख मनाई। जे सुख सी ओदा शुकराना, जे अज दुख है तां भी ओनू याद रखना है, ओदे हुक्म च है। ते जदों महाराज तुरन लगे ना, जिहड़ी अग बाली सी, एक मिट्टी दी टिंड विच कोले पा के दिते। पुराने समय च मिट्टी दीयां टिंडां हुंदियां सी, खूह दीयां, बजुर्गां नूं पता। फिर चमड़े दीयां भी आ गईयां, फिर लोहे दीयां आ गईयां। ਉਹ ਮਿੱਟੀ ਦੀ ਟਿੰਡ ਵਿੱਚ ਕੋਲੇ ਪਾ ਕੇ ਦਿੱਤੇ ਕਿ ਮਹਾਰਾਜ ਠੰਡ ਬਹੁਤ ਹੈ, ਇਹ ਅੱਗ ਥੋੜਾ ਚਿਰ ਆਰਾਮ ਦੇਵੇਗੀ। ਮਹਾਰਾਜ ਤੁਰ ਪਏ। ਦੇਖੋ ਪ੍ਰੀਤਮ ਦੇ ਇੱਕ ਹੱਥ ਵਿੱਚ ਸ਼੍ਰੀ ਸਾਹਿਬ ਹੈ, ਇੱਕ ਹੱਥ ਵਿੱਚ ਉਹ ਟਿੰਡ ਜਿਹਦੇ ਵਿੱਚ ਕੋਲਿਆਂ ਦੀ ਅੱਗ ਪਾ ਕੇ ਦਿੱਤੀ। ਤੇ ਜਿਉਣਾ ਇਧਰੋਂ ਮਹਾਰਾਜ ਤੁਰ ਪਏ। दिन चढ़िया, जदों मालक उठिया ते जिउणे ने नौकरी छड्डी, महाराज दी भाल च पिछे ही तुर पिया सी भी तेरे घर नहीं रहना, जेड़ा अपने गुरु दा नहीं बनया मेरा की बनूगा। जिस घर दा खाधा, जिस घर तो अपना घर बनाया, उसे गुरु दा एहसान फरामोश हो गया। महाराज जदों उत्थों चाले पाउंदे है ते चल के माछीवाड़ा साहब दे जंगलों च पहुंचते हैं, अपनी श्री साहब नाल एक सूलां दा सत्थर विछाउंदे है। उस सत्थर दे उत्ते उसे टिंड दा सराहना ला के आराम करदे। उत्थे जदों महाराज आराम करदे है, उधरों भाल करदे करदे प्यारे दया सिंह, प्यारे धर्म सिंह, प्यारे मान सिंह महाराज दे कोल पहुंच गए। जदों महाराज दे कोल पहुंच गए, की वेखदे ने? पातशाह सेज दे उत्ते सूलां दी सेज ते आराम करदे है ते टिंड दा सराहना लगा है। उत्थे फिर कहंदे दया सिंह ने, दया सिंह जी ने कलगीधर पातशाह वल वेख के बचन कीता कि कलगीधर जी, जीवे कलगी वालिया चन माइया, कुछ याद है बीती बताई तैनू, हीरे जड़े रंगीले पंघूड़ियां विच रहिंदी लोरियां देंदी सी दाई तैनू। मां ने समझ के बर्फ दा चन चिट्टा, तत्ती वाह न चानना लाई तैनू। मता रह गया बट जे बिस्तरे ते, सारी रात सी रखिया जगाई तैनू। मैं हैरान आ गुजरी दे सोल फुल्ला, नींद सूलां दे उत्ते किवें आई तैनू। पातशाह तुहानू सूलां ते नींद किवें आई? कहंदे कलगीधर जी ने जवाब दिता मुस्कुरा के, कहंदे दया सिया। पातशाह मुस्कुरा के कहंदे मैं भी सूल सी, सूलां विच सूल वांगू मैं भी सूल सी, सूलां विच सूल वांगू, सूला एक ना सूल चुभाई मैनू। सच पुछदा है जे तू दया सिंघा होए, ऐसी नींद ना कदे भी आई मैनू। जेड़ी नींद अज इस सत्थर ते पै के आई है, ये तो मैनू कदे उस सोहणे गधेलियां ते भी नहीं सी आई। क्यों? महाराज ने आउण सार कहा सी ना, मैं हो परम पुरख को दासा, देखण आयो जगत तमाशा, जगत तमाशा। हुण पातशाह जी जदों कह रहे ने, उत्थे ही फिर पातशाह ने आ बचन उचारिया सी। पढ़ियो फिर आनंद साहब दा जाप करिए जी। सानू सत्तर चंगा यारड़े दा, सत्तर चंगा यारड़े दा, सत्तर चंगा यारड़े दा, सानू सत्तर चंगा यारड़े दा, सत्तर चंगा
ਪਿਆਰਿਓ ਯਾਰੜੇ ਦਾ ਪੱਥਰ ਚੰਗਾ ਯਾਰੜੇ ਦਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦੇ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਮਹਾਰਾਜ ਕਹਿੰਦੇ ਜੇ ਇਸ ਸੂਲਾਂ ਦੇ ਸੱਥਰ ਵਿੱਚ ਉਸ ਪ੍ਰਮਾਤਮਾ ਦੀ ਯਾਦ ਹੈ ਤੇ ਇਹ ਵੀ ਭਲੀਆਂ, ਜੇ ਮਹਿਲਾਂ 'ਚ ਰਹਿ ਕੇ ਉਹਦੀ ਯਾਦ ਨਹੀਂ ਤਾਂ ਭੱਠੀ 'ਚ ਰਹਿਣ ਦੇ ਬਰਾਬਰ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਫਿਰ ਸਿੰਘਾਂ ਨੇ ਪੁੱਛਿਆ ਮਹਾਰਾਜ ਹੁਣ ਕੀ ਹੁਕਮ ਹੈ, ਹੁਣ ਕੀ ਹੁਕਮ ਹੈ? ਮਹਾਰਾਜ ਕਹਿੰਦੇ ਇਸ਼ਨਾਨ ਕਰਨਾ। ਇੱਕ ਗੱਲ ਯਾਦ ਰੱਖਿਓ, ਆਨੰਦਪੁਰ ਸਾਹਿਬ ਤੋਂ ਲੈ ਕੇ ਮਾਛੀਵਾੜਾ ਸਾਹਿਬ ਤੱਕ 72 ਘੰਟੇ ਹੋ ਗਏ ਸੀ। 72 ਨਾ ਅੰਨ ਛਕਿਆ ਨਾ ਜਲ ਛਕਿਆ। ਆਖੋ ਸਤਨਾਮ ਵਾਹਿਗੁਰੂ ਜੀ। ਨਾ ਅੰਨ ਛਕਿਆ ਨਾ ਜਲ ਛਕਿਆ 72 ਘੰਟੇ। ਤੇ ਜਦੋਂ ਕਿਹਾ ਨਾ ਇਸ਼ਨਾਨ ਕਰਨਾ ਹੈ ਤੇ ਮਹਾਰਾਜ ਕੋਲੋਂ ਫਿਰ ਤੁਰਿਆ ਨਹੀਂ ਸੀ ਜਾਂਦਾ, ਚਰਨ ਸੁੱਜ ਚੁੱਕੇ ਸੀ, ਦੁਖਦੇ ਸੀ। ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ ਜੀ ਆਸਰਾ ਦੇ ਕੇ ਤੋਰ ਰਹੇ ਨੇ। ਜਦੋਂ ਮਹਾਰਾਜ ਦਾ ਇਸ਼ਨਾਨ ਕਰਾਇਆ, ਪਾਤਸ਼ਾਹ ਜੀ ਦੇ ਬਾਣੇ ਦੇ ਉੱਪਰ ਇੱਕ ਕਮਰ ਕੱਸਾ ਤੇ ਜੰਗਾਂ ਦੇ ਵੇਲੇ ਇੱਕ ਥੱਲਿਓਂ ਦੀ ਕਮਰ ਕੱਸਾ ਚਮੜੇ ਦਾ ਬੰਨਿਆ ਜਾਂਦਾ ਸੀ। ਜਦੋਂ ਉਹ ਕਮਰ ਕੱਸਾ ਖੋਲਣ ਲੱਗੇ, ਇਤਿਹਾਸ 'ਚ ਬਚਨ ਹੈ, 3-3 ਉਂਗਲਾਂ ਉਹ ਕਮਰ ਕੱਸਾ ਬੱਖੀਆਂ ਦੇ ਅੰਦਰ ਤੱਕ ਧਸਿਆ ਹੋਇਆ ਸੀ। ਇੱਕ ਤਾਂ 72 ਘੰਟੇ ਹੋ ਗਏ ਅੰਨ ਜਲ ਕੀਤੇ ਨੂੰ, ਦੂਜਾ ਉਹ ਕੱਸ ਕੇ ਬੰਨਿਆ ਸੀ ਜੰਗ ਦੇ ਮੈਦਾਨ ਕਰਕੇ। ਤੇ ਇੱਥੋਂ ਤੱਕ ਬਚਨ ਹੈ ਕਿ ਜਦੋਂ ਮਹਾਰਾਜ ਦਾ ਉਹ ਚਮੜੇ ਦਾ ਕਮਰ ਕੱਸਾ ਥੱਲਿਓਂ ਖੋਲਿਆ ਤੇ ਬੱਖੀਆਂ ਦਾ ਮਾਸ ਪੱਟ ਹੋਇਆ ਸੀ ਨਾਲ, ਇੰਨਾ ਕੱਸ ਕੇ ਬੰਨਿਆ ਹੋਇਆ ਸੀ। ਫਿਰ ਇਸ਼ਨਾਨ ਕਰਾਏ, ਉਥੋਂ ਮਹਾਰਾਜ ਜੀ ਮਾਤਾ ਗੁਰਦਈ ਦੇ ਘਰ ਗਏ। ਉਥੋਂ ਫਿਰ ਗਨੀ ਖਾਂ, ਨਵੀ ਖਾਂ ਮੁਸਲਮਾਨ ਭਰਾ ਮਹਾਰਾਜ ਜੀ ਨੂੰ ਉੱਚ ਦਾ ਪੀਰ ਬਣਾ ਕੇ ਤੇ ਫਿਰ ਅੱਗੇ ਲੈ ਕੇ ਗਏ ਸੀ। ਇਤਿਹਾਸ ਲੰਬੇਰਾ ਹੈ, ਪਰ ਇੱਥੇ ਸੰਕੋਚਾਂਗਾ ਇੰਨੀ ਬੇਨਤੀ ਨਾਲ ਕਿ ਜੇ ਮਹਾਰਾਜ ਦੇ ਨੰਗੇ ਚਰਨਾਂ ਦੀ ਕਦਰ ਆਪਾਂ ਨਹੀਂ ਨਾ ਪਾਉਣੀ, ਫਿਰ ਇਦੋਂ ਮਾੜੇ ਕਰਮ ਕਦੇ ਨਹੀਂ ਵੀ ਮਨੁੱਖਾ ਦੇਹੀ 'ਚ ਆ ਕੇ ਕਲਗੀਧਰ ਦੇ ਉਹ ਚਰਨਾਂ 'ਚ ਲੱਗੀਆਂ ਸੂਲਾਂ ਨੂੰ ਅਸੀਂ ਯਾਦ ਹੀ ਨਹੀਂ ਰੱਖਿਆ। ਇਹ ਗੱਲ ਹੀ ਨਹੀਂ ਚੇਤੇ ਰੱਖੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ, ਇਹ ਚੇਤੇ ਨਹੀਂ ਰੱਖੀ। ਕਦਰ ਪਾਉਣੀ ਹੈ, ਗੁਰੂ ਵਾਲੇ ਬਣਨਾ ਹੈ, ਗੁਰੂ ਕੀ ਸੰਗਤ ਕਰਨੀ ਹੈ, ਗੁਰੂ ਕੇ ਨਾਮ ਨਾਲ ਜੁੜਨਾ ਹੈ। ਸਾਧੂ ਦੀ ਸੰਗਤ ਕਰੋ, ਪਰ ਜਿਹੜਾ ਤੁਹਾਨੂੰ ਗੁਰੂ ਨਾਲ, ਗੁਰੂ ਦੀ ਬਾਣੀ ਨਾਲ ਜੋੜੇ। ਕਿਉਂਕਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਵਿੱਚ ਆਈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੋਈ ਐਸਾ ਮਿਲੇ ਜਿਹੜਾ ਪੂਰੇ ਨਾਲ ਜੋੜ ਦੇਵੇ, ਪੂਰੇ ਨਾਲ ਜੋੜੇ, ਨਾ ਕਿ ਆਪਣੀ ਦੁਕਾਨਦਾਰੀ ਚਲਾਵੇ, ਨਾ ਕਿ ਆਪਣੇ ਸੌਦੇ ਵੇਚੇ, ਧਰਮ ਦੇ ਨਾਂ ਤੇ ਲੁੱਟੇ। ਇਦਾਂ ਦਾ ਬੰਦਾ ਨਹੀਂ ਚਾਹੀਦਾ, ਇਦਾਂ ਦਾ ਨਹੀਂ ਚਾਹੀਦਾ ਜਿਹੜਾ ਧਰਮ ਦੇ ਨਾਂ ਤੇ ਲੁੱਟ ਕੇ ਤੇ ਆਪਣੀਆਂ ਜੇਬਾਂ ਭਰਦਾ ਹੋਵੇ। ਸੋ ਮਹਾਰਾਜ ਮਿਹਰ ਕਰਨ, ਸਾਨੂੰ ਗੁਰੂ ਸਾਹਿਬ ਜੀ ਦੀ ਕੁਰਬਾਨੀ, ਗੁਰੂ ਦੇ ਪਰਿਵਾਰ ਦੀ ਕੁਰਬਾਨੀ ਹਮੇਸ਼ਾ ਚੇਤੇ ਰਵੇ ਤੇ ਗੁਰੂ ਦੇ ਉਸ ਬਚਨਾਂ ਦੀ ਕਦਰ ਕਰੀਏ। ਜਦੋਂ ਮਹਾਰਾਜ ਨੇ ਬਚਨ ਕੀਤਾ ਸੀ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ, ਕਹਿੰਦੇ ਕੱਪੜਿਆਂ ਨਾਲ ਬਣਿਆ ਫਿਰੇ, ਚੰਗੇ ਸ਼ਸਤਰ ਸਜਾਵੇ, ਚੰਗੀ ਦਸਤਾਰ ਬੰਨੇ, ਮੈਂ ਬਾਹਰੀ ਲਿਬਾਸ ਨਾਲ ਖੁਸ਼ ਨਹੀਂ ਹੁੰਦਾ ਜਿੰਨਾ ਚਿਰ ਅੰਦਰ ਬਾਣੀ ਨਹੀਂ, ਰਹਿਤ ਨਹੀਂ ਹੈ।
ਰਹਿਤ ਬਿਨਾ ਨੇ ਸਿੱਖ ਅਖਾਵੇ, ਰਹਿਤ ਬਿਨਾ ਦਰ ਟੋਟਾ ਖਾਵੇ। ਟੋਟਾ ਖਾਵੇ। ਕੋਈ ਫਾਇਦਾ ਨਹੀਂ ਜੇ ਰਹਿਤ ਨਹੀਂ। ਅੰਮ੍ਰਿਤਧਾਰੀ ਹੋਣਾ ਹਰ ਇੱਕ ਸਿੱਖ ਦਾ ਲਾਜ਼ਮੀ ਫਰਜ਼ ਹੈ, ਪਰ ਮਨ ਬਣਾ ਕੇ, ਮਨ ਤਿਆਰ ਕਰੋ। ਸਾਰੀ ਉਮਰ ਉਡੀਕਦੇ ਹੀ ਨਾ ਰਹਿ ਜਿਓ। ਇਸ ਸਮੇਂ ਦਾ ਨਹੀਂ ਪਤਾ ਕਦੋਂ ਝਪਟ ਮਾਰ ਲੈਣੀ। ਇਸ ਕਰਕੇ ਬਾਣੀ, ਬਾਣਾ, ਸੇਵਾ ਤੇ ਸਿਮਰਨ ਹਮੇਸ਼ਾ ਚੇਤੇ ਰੱਖੋ। ਤੇ ਪਿੰਡ ਦੇ ਗੁਰੂ ਘਰਾਂ 'ਚ ਪਿੰਡ ਇਹ ਜ਼ਿੰਮੇਵਾਰੀ ਚਾਹੀਦੀ ਹੈ। ਤੁਸੀਂ ਰਾਏਪੁਰ ਆਓ, ਜੇ ਦਰਸ਼ਨ ਕਰੋ ਨਾ ਆਪਣੇ ਨਗਰ, ਪੂਰਾ ਹਫ਼ਤਾ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਆ, ਪੂਰਾ ਹਫ਼ਤਾ। ਐਤਵਾਰ ਸੁਣਿਓ 2 ਮਿੰਟ ਜਰਾ, ਅੰਮ੍ਰਿਤ ਵੇਲੇ ਬਾਬੇ ਜੋੜੇ ਸੁਖਮਨੀ ਸਾਹਿਬ ਦਾ ਜਾਪ ਹੁੰਦਾ, ਸੰਗਤ ਕਰਦੀ ਹੈ। ਸੋਮਵਾਰ ਜਿਹੜਾ ਦਾਸ ਦੇ ਘਰਾਂ ਦੇ ਨਜ਼ਦੀਕ ਗੁਰੂ ਹਰਰਾਏ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਹੈ, ਉੱਥੇ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਦਾ ਜਾਪ ਹੁੰਦਾ। ਮੰਗਲਵਾਰ ਸੰਤ ਬਾਬਾ ਕਪੂਰ ਸਿੰਘ ਜੀ ਨਿਰਵਾਣ ਚਾਹ ਵਾਲੇ ਮਹਾਂਪੁਰਸ਼ਾਂ ਦੇ ਅਸਥਾਨ ਤੇ ਸੁਖਮਨੀ ਸਾਹਿਬ ਹੁੰਦਾ ਹੈ। ਬੁੱਧਵਾਰ ਲਹਿੰਦੇ ਪਾਸੇ ਪਿੰਡ ਦੇ ਗੁਰੂ ਹਰਰਾਏ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ, ਉੱਥੇ ਜਾਪ ਹੁੰਦਾ ਹੈ। ਵੀਰਵਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ 'ਚ ਜਾਪ ਹੁੰਦਾ ਹੈ ਸੁਖਮਨੀ ਸਾਹਿਬ ਦਾ। ਸ਼ੁੱਕਰਵਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦੂਸਰੇ ਗੁਰਦੁਆਰੇ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਦਾ ਜਾਪ ਸੰਗਤ ਇਕੱਠੇ ਹੋ ਕੇ ਕਰਦੀ ਹੈ। ਸ਼ਨੀਚਰਵਾਰ ਫਿਰ ਸਾਡੇ ਜਿੱਧਰ ਗੁਰਦੁਆਰਾ ਸਾਹਿਬ ਚੜ੍ਹਦਾ ਪਾਸਾ, ਉੱਥੇ ਜਾਪ ਹੁੰਦਾ ਹੈ। ਐਤਵਾਰ ਫਿਰ ਸਵੇਰੇ ਬਾਬੇ ਜੋੜੇ, ਸ਼ਾਮ ਨੂੰ ਤਾਲਵਾਲਾ ਸਾਹਿਬ। ਸੰਗਤ ਦਾ ਉਪਰਾਲਾ, ਬੀਬੀਆਂ, ਵੀਰ, ਭਰਾ ਇਕੱਠੇ ਹੋ ਕੇ ਪੂਰਾ ਹਫ਼ਤਾ ਹਾਜ਼ਰੀਆਂ ਭਰਦੇ। ਉਪਰਾਲਾ ਕਰਿਆ ਕਰੋ, ਰੋਜ਼ ਨਹੀਂ, ਹਫ਼ਤੇ 'ਚ ਇੱਕ ਦਿਨ ਕਰ ਲਿਆ ਕਰੋ। ਸਵੇਰ ਨੂੰ ਨਹੀਂ, ਸ਼ਾਮ ਨੂੰ ਕਰ ਲਿਆ ਕਰੋ। ਘੰਟਾ 2 ਘੰਟੇ ਗੁਰੂ ਦੀ ਯਾਦ 'ਚ ਜੁੜੋ। ਭਾਈ ਸਾਹਿਬ ਕਥਾ ਕਰਨ, ਤੁਸੀਂ ਸੁਣੋ, ਸਿੱਖਿਆ ਲਵੋ। ਪਰ ਬੇਨਤੀ ਇਹ ਹੈ ਕਿ ਪ੍ਰਬੰਧਕ ਉਪਰਾਲਾ ਕਰ ਸਕਦੇ ਹੈ, ਗ੍ਰੰਥੀ ਸਿੰਘ ਜੀ ਕਥਾ ਕਰ ਸਕਦੇ ਹੈ, ਸੁਣਨੀ ਤੁਸੀਂ ਆ ਕੇ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਸੱਦੇ ਨਾਲ ਹੀ ਕਿਹਾ ਕਰੋ ਘਰਾਂ 'ਚ ਵੀ ਕੋਈ ਕਹਿਣ ਆਵੇ ਵੀ ਆਇਓ ਗੁਰਦੁਆਰੇ। ਤੇ ਇੱਕ ਬੇਨਤੀ ਮੈਂ ਇਹ ਵੀ ਕਰ ਦਿੰਦਾ, ਹਰੇਕ ਪਿੰਡ 'ਚ ਕਰਦਾ ਹੈ ਕਿ ਪਿੰਡ ਲੈਵਲ ਤੇ ਵੋਟਾਂ ਵੇਲੇ ਪਾਰਟੀ ਜਿਹੜੀ ਮਰਜ਼ੀ ਵੱਲ ਹੋ ਜਾਓ, ਤੁਹਾਡੀ ਇੱਛਾ ਹੈ, ਪਰ ਜਦੋਂ ਵੋਟਾਂ ਲੰਘ ਜਾਣ ਇੱਕ ਬਣ ਕੇ ਰਹਿਣਾ ਚਾਹੀਦਾ। ਪਿੰਡ ਦੇ ਵਿੱਚ ਕਦੇ ਇਤਫਾਕ ਖਤਮ ਨਹੀਂ ਹੋਣਾ ਚਾਹੀਦਾ। ਹਰੇਕ ਪਿੰਡ 'ਚ ਗੁਰੂ ਦੀ ਕਿਰਪਾ ਐਸੀ ਹੋਣੀ ਚਾਹੀਦੀ ਹੈ। ਕੁਝ ਕੁ ਪਿੰਡ ਮੈਂ ਗਿਣਾ ਸਕਦਾ ਉਂਗਲਾਂ ਤੇ, ਜਿੱਥੇ ਬਹੁਤ ਏਕਾ ਹੈ। ਤੁਹਾਡੇ ਲਾਗੇ ਸਿਆਸੀ ਤੌਰ ਤੇ ਮੈਨੂੰ ਨਹੀਂ ਪਤਾ, ਪਰ ਆਪਣੇ ਲਾਗੇ ਭਤੀਜਾ ਪਿੰਡ ਹੈ। ਜੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ 'ਚ ਪ੍ਰੋਗਰਾਮ ਹੈ ਤੇ ਸਾਰੇ ਜ਼ਿਮੀਂਦਾਰ, ਸਾਰੇ ਪਰਿਵਾਰ ਉਹ ਗੁਰਪੁਰਬ ਤੇ ਆਉਂਦੇ, ਹਾਜ਼ਰੀ ਭਰਨ। ਜੇ ਗੁਰੂ ਨਾਨਕ ਮਹਾਰਾਜ ਦਾ ਗੁਰਪੁਰਬ ਹੈ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰੇ ਦੇ ਸਾਰੇ ਪ੍ਰਬੰਧਕ ਤੇ ਉਧਰ ਦੀ ਸਾਰੀ ਸੰਗਤ ਉੱਥੇ ਜਾਂਦੀ ਹੈ। ਮੈਂ ਦੂਰ ਦੂਰ ਦੀਆਂ ਵੀ ਬੇਨਤੀਆਂ ਕਰ ਸਕਦਾ, ਪਰ ਨੇੜੇ ਦੀ ਤਾਂ ਕਰਦਾ ਵੀ ਆਪਾਂ ਪਤਾ ਕਰ ਸਕਦੇ ਵੀ ਸੱਚੀ ਇਦਾਂ ਹੁੰਦੀ ਹੈ। ਇਦਾਂ ਦੀ ਗੱਲ ਹਰੇਕ ਪਿੰਡ 'ਚ ਹੋਵੇ। ਠੀਕ ਹੈ, ਆਪਣੀ ਸੁਤੰਤਰਤਾ ਹੈ, ਜਿੱਧਰ ਮਰਜ਼ੀ ਜਿਹੜੀ ਮਰਜ਼ੀ ਪਾਰਟੀ ਨਾਲ ਖੜੋ, ਪਰ ਪਿੰਡ ਲੈਵਲ ਤੇ ਇਤਫਾਕ ਨਾ ਖਤਮ ਕਰੋ ਕਦੇ ਵੀ। ਭਾਵੇਂ ਕੋਈ ਆ ਜੇ, ਚਾਹੇ ਤਕੜੀ ਆ ਜੇ, ਚਾਹੇ ਪੰਜਾ ਆ ਜੇ, ਚਾਹੇ ਝਾੜੂ ਆ ਜੇ, ਚਾਹੇ ਹਾਥੀ ਆ ਜੇ, ਦਾਲ 100 ਰੁਪਏ ਕਿਲੋ ਹੀ ਮਿਲਣੀ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਤੇ ਉਹ ਤੁਹਾਨੂੰ ਕਮਾਈ ਕਰਕੇ ਹੀ ਲੈਣੀ ਪੈਣੀ ਹੈ, ਸਰਕਾਰ ਕੋਈ ਵੀ ਹੋ। ਜੰਦ ਕਹੋ ਕੋਈ ਘਰ ਆ ਕੇ ਦੇ ਜਾਂਦਾ ਵੀ ਆ ਲੈ ਫੜ ਵੀ ਤੁਸੀਂ ਸਾਨੂੰ ਇਦਾਂ ਬਣਾਇਆ। ਹੋ ਗਏ ਗੰਢੇ 70 ਰੁਪਏ ਕਿਲੋ। ਫਿਰ ਆਲੂਆਂ ਨੂੰ ਜ਼ਿਮੀਂਦਾਰਾਂ ਦੇ ਨੂੰ ਕੌਣ ਪੁੱਛਦਾ, ਸੜਕਾਂ 'ਚ ਰੋੜਦੇ। ਹੁਣ 50 ਰੁਪਏ ਕਿਲੋ ਦੇ ਕੇ ਜਾਂਦੇ ਪਿੰਡਾਂ 'ਚ। ਜਿੰਦਾਬਾਦ ਮੁਰਦਾਬਾਦ ਕੀਤੀ ਉਦਾਂ ਹੀ ਗਈ। ਆਖੋ ਸਤਨਾਮ ਵਾਹਿਗੁਰੂ ਜੀ। ਇਸ ਕਰਕੇ ਉਹ ਵੇਲਾ ਉਦੋਂ ਛੱਡ ਦਿਆ ਕਰੋ ਜਦੋਂ ਟਾਈਮ ਲੰਘ ਜਾਂਦਾ ਹੈ। ਬਾਕੀ ਤਾਂ ਸਭ ਨੂੰ ਬਰਾਬਰ ਹੀ ਰਹਿਣਾ ਪੈਂਦਾ ਭਾਈ। ਤੇ
ਉਹ ਜੋ ਇੱਕ ਪਾਰਟੀ ਦਾ ਬੰਦਾ ਖਰੀਦਦਾ ਉਹੀ ਐਂਟੀ ਪਾਰਟੀ ਦਾ ਵੀ ਖਰੀਦਦਾ, ਪੈਸੇ ਉਨੇ ਹੀ ਲੱਗਦੇ। ਮੈਂ ਬੇਨਤੀ ਸਿਰਫ ਇਹ ਕਰਦਾ ਹੈ, ਇਤਫਾਕ ਕਦੇ ਨਾ ਖਤਮ ਹੋਵੇ, ਆਪਸੀ ਪਿਆਰ ਹੋਵੇ, ਏਕਾ ਹੋਵੇ, ਏਕੇ 'ਚ ਬਰਕਤ ਹੁੰਦੀ, ਏਕੇ 'ਚ ਬਰਕਤ ਹੁੰਦੀ ਹੈ। ਬਹੁਤ ਪਿੰਡ ਐਸੇ ਵੀ ਗਿਣਾ ਸਕਦਾ ਹੈ, ਭੁਪਿੰਦਰ ਸਿੰਘ ਹੋਣੀ ਬੈਠੇ ਹੈ, ਹੋਰ ਪਤਵੰਤੇ ਸੱਜਣ ਹੈ, ਪਿੰਡਾਂ 'ਚ ਘੁੰਮਦੇ ਰਹਿੰਦੇ ਹੈ, ਜਿਨ੍ਹਾਂ ਨੂੰ ਇਹ ਮਤਲਬ ਹੁੰਦਾ ਹੈ ਵੀ ਸਰਕਾਰ ਕੋਈ ਹੋਵੇ, ਪਿੰਡ ਨੂੰ ਪੈਸਾ ਕਿਵੇਂ ਆਉਣਾ ਉਹ ਦੇਖਣਾ ਹੈ ਬਸ। ਇਹ ਨਹੀਂ ਦੇਖਣਾ ਚਾਹੀਦਾ ਉੱਤੇ ਕਾਂਗਰਸ ਦੀ ਸਰਕਾਰ ਹੈ, ਸਾਡਾ ਤੇ ਸਰਪੰਚ ਹੀ ਅਕਾਲੀ ਹੈ, ਲੈ ਅਸੀਂ ਨਹੀਂ ਜਾਂਦੇ ਪੈਸੇ ਲੈਣ, ਫੇਰ ਕਰਾ ਲਓ ਭਲਾ, ਫੇਰ ਨਹੀਂ ਹੁੰਦਾ। ਇੱਥੇ ਤਾਂ ਇਹ ਹੋਣਾ ਚਾਹੀਦਾ ਸਾਡੇ ਵੀ ਜਿਹੜੀ ਮਰਜ਼ੀ ਸਰਕਾਰ ਹੋਵੇ, ਅਸੀਂ ਤਾਂ ਪਿੰਡ ਦਾ ਭਲਾ ਕਰਨਾ ਹੈ, ਏਕੇ ਨਾਲ ਕਰਨਾ। ਮਰੇ ਤਾਂ ਮੈਂ ਕੱਲ ਵੀ ਪਰਸੋਂ ਵੀ ਬੇਨਤੀ ਕੀਤੀ ਸੀ ਵੀ ਗੁਰਦੁਆਰਾ ਐਕਟ ਆਇਆ, ਗੁਰਦੁਆਰੇ 'ਚ ਵੋਟਾਂ ਹੋਣ ਲੱਗ ਗਈਆਂ। ਕਿਉਂ ਐਕਟ ਲਿਆਂਦਾ ਕਿ ਜਦੋਂ ਦੋ ਧੜੇ ਬਣ ਜਾਣਗੇ ਵੋਟਾਂ ਲੈਣ ਲਈ, ਇਹ ਪਾਟ ਜਾਣਗੇ ਆਪਸ 'ਚ, ਤਾਂ ਪਾਟ ਗਏ। ਫਿਰ ਕੋਈ ਕਹਿੰਦਾ ਮੈਂ ਫਲਾਨੀ ਦਾ ਪਾਰਟੀ ਨੂੰ ਵੋਟ ਪਾਉਣਾ ਹੈ, ਗੁਰਦੁਆਰੇ ਦੇ ਪ੍ਰਬੰਧਕ ਨੂੰ, ਕੋਈ ਕਹਿੰਦਾ ਮੈਂ ਉਹਨੂੰ ਪਾਉਣਾ, ਪਾਟ ਗਏ ਨਾ ਆਪਸ ਵਿੱਚ। ਇਹ ਪਾੜਨਾ ਨਹੀਂ ਜਾਂ ਇਲੈਕਸ਼ਨ ਨਹੀਂ, ਗੁਰੂ ਘਰ 'ਚ ਸਿਲੈਕਸ਼ਨ ਚਾਹੀਦੀ ਹੈ, ਚੰਗੇ ਬੰਦਿਆਂ ਦੀ ਚੋਣ, ਤੇ ਪਿੰਡ 'ਚ ਚੰਗੇ ਬੰਦੇ ਆਗੂਆਂ ਦੀ ਚੋਣ, ਜਿਹੜੇ ਚੰਗੇ ਸੁਚਾਰੂ ਢੰਗ ਨਾਲ ਚਲਾ ਲੈਣ ਤੇ ਬਾਕੀ ਸਾਥ ਦੇਣ। ਤੇ ਕਈ ਪਿੰਡਾਂ 'ਚ ਸਾਨੂੰ ਪਤਾ ਕੀ ਕਹਿਣਗੇ, ਭਾਈ ਸਾਹਿਬ ਕੀਰਤਨ ਤਾਂ ਤੁਸੀਂ ਕਰਨਾ ਹੀ ਹੈ, ਮਾੜਾ ਜਿਹਾ ਬੋਲਦੇ ਹੋ, ਲੋਕ ਬੰਨੇ ਬਹੁਤ ਵੱਢਦੇ ਜਦੋਂ ਖੇਤ ਵਾਹੁੰਦੇ। ਮੈਂ ਕਿਹਾ ਹੁਣ ਮੈਂ ਇਹ ਵੀ ਕਿਹਾ ਕਰਾਂ ਖੇਤ ਵੀ ਬੰਨੇ ਵੱਢਣੋਂ ਹਟ ਜਾਓ ਭਾਈ, ਵੀ ਇਹ ਤਾਂ ਆਪ ਨੂੰ ਅਕਲ ਚਾਹੀਦੀ ਹੈ ਵੀ ਇੱਕ ਫਾਲਾ ਬੰਨੇ ਦੇ ਨਾਲ ਦੀ ਨਿਗਾਹ ਲਓਗੇ, ਪੂਰੀ ਭਰੀ ਫਸਲ ਤੇ ਮੀਂਹ ਪੈ ਜਾਊਗਾ, ਫੇਰ ਕੀ ਕਰੋਗੇ? ਫੇਰ ਕੀ ਕਰੋਗੇ? ਪਰ ਆਦਤ ਹੁੰਦੀ ਹੈ, ਆਈ ਵਾਰ ਬੱਖੀ ਜੀ ਮਾਰੀ ਜਾਣੀ, ਆਈ ਵਾਰ ਬੱਖੀ ਮਾਰ ਜਾਣੀ, ਵੀ ਪਾਟੀ ਸਿੱਟਣਾ ਥਾਂ ਰਾਹ ਬਾਹ ਬਾਹ ਕੇ ਡੰਡੀ ਬਣਾ ਦੇਣੀ ਬਸ। ਇਹ ਹੁੰਦਾ ਹੈ। ਮੈਂ ਵੀ ਤਾਂ ਤੁਹਾਡੇ ਪਿੰਡਾਂ ਦਾ ਹੀ ਹਾਂ, ਸਾਡਾ ਪਿੰਡ ਵੀ ਹੈ, ਤੁਹਾਡਾ ਵੀ ਹੈ, ਜਿੱਥੇ ਮਰਜ਼ੀ ਚੱਲ ਜਾਓ ਇਹੀ ਕੰਮ। ਬਣਦਾ ਕੁਛ ਨਹੀਂ ਹੈ, ਬਣਦਾ ਕੁਛ ਨਹੀਂ। ਬਰਕਤ ਪੈਂਦੀ ਹੈ ਸਬਰ ਦੇ ਵਿੱਚ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਜਿੰਨਾ ਚਿਰ ਸੰਤੋਖ ਨਹੀਂ, ਸਬਰ ਨਹੀਂ, ਉਨਾ ਚਿਰ ਮਨ ਨੂੰ ਸ਼ਾਂਤੀ ਨਹੀਂ ਆਉਣੀ। ਭਾਵੇਂ ਰੋਜ਼ ਦਾ ਕਰੋੜ ਰੁਪਈਆ ਕਮਾਈ ਚੱਲੋ, ਠੰਡ ਉਦੋਂ ਹੀ ਪੈਣੀ ਜਦੋਂ ਸਬਰ ਆ ਜੂ। ਸੋ ਇੰਨੀਆਂ ਕੁ ਬੇਨਤੀਆਂ ਸੀ। ਫੇਰ ਕਿਤੇ ਮਹਾਰਾਜ ਸਮਾਂ ਬਖਸ਼ਣਗੇ ਰਲ ਮਿਲ ਕੇ ਬੈਠਣ ਦਾ, ਫਿਰ ਮਹਾਰਾਜ ਸੇਵਾ ਲੈ ਲੈਣ। ਬਹੁਤ ਬਹੁਤ ਮੰਨਣ ਨਗਰ ਦੀ ਸੰਗਤ ਦਾ ਧੰਨਵਾਦ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਨਾਂ ਦਾ, ਪ੍ਰਬੰਧਕ ਕਮੇਟੀ ਔਰ ਸਮੂਹ ਨਗਰ ਦੀ ਸੰਗਤ ਜਿਨ੍ਹਾਂ ਨੇ ਤਨ ਮਨ ਤੇ ਧਨ ਨਾਲ ਸੇਵਾ ਕੀਤੀ ਹੈ। ਮਹਾਰਾਜ ਉਹਨਾਂ ਦੇ ਨਾਮ ਆਪ ਜਾਣਦੇ ਆ, ਚੜ੍ਹਦੀ ਕਲਾ 'ਚ ਰੱਖਣ। ਸਾਰੀਆਂ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਜਿਹੜੀਆਂ ਪਹੁੰਚੀਆਂ, ਜੀ ਆਇਆਂ ਨੂੰ ਧੰਨਵਾਦ। ਮੀਡੀਆ ਹਰ ਰਾਏਪੁਰ ਵਾਲੇ YouTube ਚੈਨਲ ਤੇ ਦੇਸ਼ਾਂ ਵਿਦੇਸ਼ਾਂ 'ਚ ਜਿੱਥੇ ਜਿੱਥੇ ਬੈਠੀਆਂ ਸੰਗਤਾਂ ਇਹ ਪ੍ਰੋਗਰਾਮ ਦੇਖ ਰਹੀਆਂ, ਸਭ ਦਾ ਧੰਨਵਾਦ। ਜਿਹੜੇ ਹਾਜ਼ਰੀਆਂ ਲਾ ਰਹੇ ਨੇ, ਆਏ ਹੋਏ ਜਥੇ ਦਾ ਧੰਨਵਾਦ। ਭਾਈ ਸਾਹਿਬ ਭਾਈ ਇਕਬਾਲ ਸਿੰਘ ਜੀ ਹੁਸ਼ਿਆਰਪੁਰ ਵਾਲੇ ਬੜਾ ਮਿੱਠਾ ਕੀਰਤਨ ਕਰਦੇ ਨੇ, ਜੀ ਆਇਆਂ ਨੂੰ ਧੰਨਵਾਦ। ਉਹਨਾਂ ਨੇ ਵੀ ਬੈਠ ਕੇ ਹਾਜ਼ਰੀ ਭਰੀ ਹੈ। ਆਨੰਦ ਸਾਹਿਬ ਦਾ ਜਾਪ ਹੋਏਗਾ, ਕੋਈ ਰਸਨਾ ਵਾਂਝੀ ਨਾ ਰਵੇ। ਉਪਰੰਤ ਅਰਦਾਸ ਬੇਨਤੀ, ਮਹਾਰਾਜ ਜੀ ਦੇ ਹੁਕਮਨਾਮਾ ਸਾਹਿਬ, ਮਹਾਰਾਜ ਜੀ ਦੇ ਸੁੱਖ ਆਸਣ ਦੀ ਸੇਵਾ, ਪ੍ਰਵਾਨਿਤ ਪ੍ਰਸ਼ਾਦ ਦੇਗ ਵਰਤਣਾ ਹੈ। ਉਪਰੰਤ ਮਹਾਰਾਜ ਜੀ ਆਪਣੇ ਨਿਜ ਅਸਥਾਨਾਂ ਤੇ ਜਾਣਗੇ, ਸੰਗਤਾਂ ਨੇ ਗੁਰੂ ਕੇ ਲੰਗਰਾਂ ਚੋਂ ਪ੍ਰਸ਼ਾਦੇ ਛਕਣੇ, ਫਿਰ ਜਾਣ ਦੀ ਖੇਚਲ ਕਰਨੀ। ਜੀ ਹੋਈਆਂ ਤਮਾਮ ਭੁੱਲਾਂ ਚੁੱਕਾਂ ਦੀ ਖਿਮਾ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਕਾ ਪਾਇਆ ਸਤਿ ਮਨ ਵਜਿਆ ਵਗਾਇਆ। ਰਾਗ ਰਤਨ ਪਰਵਾਰ ਕਰਿਆ, ਸ਼ਬਦ ਗਾਵਣ ਆਈਆਂ। ਤਗਾਵੋ ਹਰੀ ਤੇਰਾ ਮਨ ਜੀਵਨ ਪਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ
ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਹੋ ਕਿਉ ਮਨੋ ਵਿਸਾਰੇ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਹਰਿ ਤੇਰੇ ਸਭ ਕੁਝ ਹੈ ਜਿਸ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਆਪ ਜਿਨ ਕੇ ਮਨ ਵਸਿਆ ਬਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸੱਚਾ ਆਪ ਮੇਰਾ ਆਧਾਰ ਸਾਧ ਨਾਮ ਆਧਾਰ ਮੇਰਾ ਜਿਨ ਤੁਮਾ ਸਾਧ ਗੁਆਇਆ ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਆ ਗੁਰ ਵਿਟੋ ਵਿਖੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਆਪ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਜਿਤ ਗਾਨ ਪਾਵੇ ਹਰਕ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਡੋਲਤ ਗੁਰ ਵਾਸਰ ਕੀਤੇ ਗਾਨ ਤੁਮਾਰਾ ਗੁਰ ਗਰਮ ਪਾਇਆ ਜਿਤ ਦਿਨ ਕੋ ਤੇ ਨਾਮ ਹਰ ਕੇ ਲਾਗੇ ਹਰੇ ਨਾਨਕ ਤੈ ਸੁਖ ਹੋਆ ਹਰ ਕਰ ਅਨਾਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ ਰੋਗ ਸੰਤਾਪ ਉਤਰੇ ਥੋੜੀ ਸੱਚੀ ਬਾਣੀ ਸੰਤ ਸਾਜਨ ਪਏ ਸੱਚ ਪੂਰੇ ਸੁਤੇ ਜਾਣੀ ਮੁਰਤੇ ਪੁਨੀਤ ਕੈਸੇ ਪਵਿੱਤ ਸਤ ਗੁਰ ਰਹੇ ਆਪਰ ਪੂਰੇ ਵਰਤਮਾਨ ਗੁਰ ਚਾਰਨ ਲਾਗੇ ਵਾਜੇ ਅਨੰਦ ਪੂਰੇ ਉਹ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਰਾਮ ਰਾਈ ਰਾਇਆ ਸੁਨੇ ਸੰਗਨ ਜਾਗਤ ਦੁਨੀਆਈਆਂ ਮੁਰਿਆਈਆਂ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਵਿੱਚ ਦੂਰ ਜਿਨੀ ਨਾਮ ਤੇ ਆਇਆ ਗਏ ਮੁਕਤ ਕਾਲ ਨਾਨਕ ਦੇ ਮੁਦਰ ਨੇ ਕੀਤੀ ਸੁਣੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਕਤ ਕਾਲ ਨਾਨਕ ਦੇ ਮੁਦਰ ਨੇ ਕੀਤੀ ਸੁਣੀ ਨਾਲ ਨਾਨਕ ਨਾਮ ਚੜ੍ਹਦੀ ਕਲਾ ਤੇ ਪਾਣੇ ਸਰਬਤ ਦਾ ਭਲਾ ਨਾਨਕ ਨਾਮ ਜਪਨਾ ਦੇ ਪਾਣੀ ਸਰਬਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ